ਗੁਰੂ ਜੀ ਦੀ ਸਿਫਤ ਸਲਾਹ ਗੁਰੂ ਘਰ ਦੇ ਕੀਰਤਨੀਆਂ ਦੇ ਦੁਆਰਾ ਆਪਾਂ ਸ਼ਰਵਣ ਕਰਦੇ ਹਾਂ। ਤੋ ਬਣੀ ਹੋਈ ਮਰਿਆਦਾ ਮੁਤਾਬਕ ਇਸ ਵਕਤ ਇਸ ਪਵਿੱਤਰ ਅਸਥਾਨ ਤੋਂ ਦੇਸ਼ ਵਿਦੇਸ਼ ਬੈਠੀਆਂ ਸਿੱਖ ਸੰਗਤਾਂ ਗੁਰਧਾਮਾਂ ਤੇ ਦਰਸ਼ਨ ਦੀਦਾਰ ਕਰਨ ਆਈ ਸੰਗਤ ਗੁਰ ਇਤਿਹਾਸ ਦੀ ਕਥਾ ਜੋ ਮਹਾਕਵੀ ਭਾਈ ਸਾਹਿਬ ਗਿਆਨੀ ਸੰਤੋਖ ਸਿੰਘ ਜੀ ਦੁਆਰਾ ਲਿਖਤ ਹੈ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸੂਰਜ ਪ੍ਰਕਾਸ਼, ਇਸ ਇਤਿਹਾਸਕ ਗ੍ਰੰਥ ਦੀ ਕਥਾ ਆਪਾਂ ਹਰ ਰੋਜ਼ ਸ਼ਰਵਣ ਕਰਦੇ ਹਾਂ। ਕੱਲ ਦੇ ਇਤਿਹਾਸ ਵਿੱਚ ਆਪਾਂ ਜੋ 10 ਗੁਰੂ ਸਾਹਿਬਾਨ ਦੇ ਮੰਗਲ ਨੇ ਉਹਨਾਂ ਨੂੰ ਸ਼ਰਵਣ ਕੀਤਾ ਸੀ। ਫਿਰ ਮਹਾਕਵੀ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਿਰਤਾਂਤ ਅੱਜ ਆਰੰਭ ਹੋ ਰਹੀ ਕਥਾ ਤੋਂ ਪਹਿਲਾਂ 3 ਗੁਰੂ ਸਾਹਿਬਾਨ ਦੀ ਕਥਾ ਸੰਗਤ ਨੇ ਸ਼ਰਵਣ ਕੀਤੀ ਹੈ। ਹੁਣ ਕਵੀ ਜੀ ਚੌਥੇ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਥਾ ਪ੍ਰਾਰੰਭ ਕਰਦੇ ਨੇ। ਕਵੀ ਜੀ ਇਹ ਵੀ ਕਹਿੰਦੇ ਨੇ, ਸਭ ਸੰਤਨ ਆਗੈ ਕਰੋ ਬਿਨਤੀ ਗਿਣਤੀ ਸ਼ੋਰ। ਮੈਂ ਬੇਨਤੀ ਕਰਦਾ ਵੀ ਗਿਣਤੀਆਂ ਛੱਡ ਕੇ ਚੌਥੇ ਗੁਰੂ ਪਾਤਸ਼ਾਹ ਦੀ ਕਥਾ ਨੂੰ ਬੜੇ ਪ੍ਰੇਮ ਨਾਲ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਵੀ ਸ਼ੁਰੂ ਤੋਂ ਲੈ ਕੇ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਕਥਾ ਸਮਾਪਤੀ ਤੱਕ ਸਤਿਗੁਰੂ ਅੱਗੇ ਬੇਨਤੀ ਹੈ ਕਿ ਪਹੁੰਚ ਸਕਾਂ। ਚੌਥੇ ਗੁਰਦੇਵ ਦੀ ਅੱਜ ਕਥਾ ਆਰੰਭ ਹੋ ਰਹੀ ਹੈ। ਕੱਲ ਆਪਾਂ ਮੰਗਲ ਸਰਵਣ ਕੀਤੇ ਸਨ ਤੇ ਮੰਗਲਾਂ ਤੋਂ ਪਹਿਲਾਂ 3 ਗੁਰੂ ਸਾਹਿਬਾਨ ਦੇ ਜੀਵਨ ਦੀ ਕਥਾ ਸਰਵਣ ਕੀਤੀ ਸੀ। ਤੇ ਹੁਣ ਕਵੀ ਜੀ ਅੱਜ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਤਿੰਨਾਂ ਦੇ ਪਰ ਉਪਕਾਰਾਂ ਦੀ ਤੇ ਕੌਤਕ ਭਰੇ ਚੋਜਾਂ ਦੀ ਕਥਾ ਜੋ ਗੁਰ ਇਤਿਹਾਸ ਕਾਵ ਰੂਪ ਵਿੱਚ ਛੰਦਾਬੰਦੀ ਵਿੱਚ ਮਹਾਕਵੀ ਜੀ ਨੇ ਇਹ ਕਥਾ ਲਿਖੀ ਹੈ, ਉਹ ਆਪਾਂ ਗੁਰੂ ਘਰਾਂ ਦੇ ਅੰਦਰ ਰੋਜ਼ ਸ਼ਰਵਣ ਕਰਦੇ ਹਾਂ। ਅੱਜ ਕਥਾ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰੂ ਅਮਰਦਾਸ ਜੀ ਨੇ ਤੀਸਰੇ ਗੁਰਦੇਵ ਸਤਿਗੁਰੂ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਕੀਤਾ ਹੈ ਤੇ ਉਸ ਮੌਕੇ ਦੀ ਕਥਾ ਇੱਥੋਂ ਆਰੰਭ ਕਰਦੇ ਨੇ ਮਹਾਕਵੀ ਜੀ। ਪਿਆਰ ਸਤਿਕਾਰ ਨਾਲ ਆਪਾਂ ਸਰਵਣ ਕਰੀਆਂਗੇ ਤੇ ਇੱਕ ਵਾਰ ਸਾਰੀ ਸੰਗਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦਿਆਂ ਰਸਨਾ ਪਵਿੱਤਰ ਕਰੀਏ। ਤੇ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾ ਤੇ ਆਖੋ ਜੀ, ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਰਾਜ ਛੰਦ ਸੋ ਰਾਮ ਰਾਮ ਨਾਮ ਮੈਂ ਅਭੇਦਤਾ ਲਿਖਾਇਆ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਥਾ ਇੱਥੋਂ ਪ੍ਰਾਰੰਭ ਕਰਦੇ ਨੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਤੇ ਸਮੇਂ ਦੇ ਜੋ ਪਰ ਉਪਕਾਰੀ ਪੁਰਖ ਨੇ, ਸ਼੍ਰੀ ਰਾਮਚੰਦਰ ਜੀ ਜੋ ਤ੍ਰੇਤੇ ਯੁੱਗ ਦੇ ਅਵਤਾਰ ਨੇ, ਕਹਿਣ ਲੱਗੇ ਉਹਨਾਂ ਦੇ ਜੋ ਇਹ ਪਦੇ ਨੇ, ਕਵੀ ਜੀ ਕਹਿੰਦੇ ਉਹਨਾਂ ਦੇ ਨਾਵਾਂ ਦੀ ਸੋਹਣੀ ਅਭੇਦਤਾ ਸਮਝੋ, ਬੜੇ ਸੁੰਦਰ ਨਾਮ ਨੇ। ਧੰਨ ਗੁਰੂ ਰਾਮਦਾਸ ਜੀ ਦੇ ਨਾਮਾਂ ਦਾ ਜ਼ਿਕਰ ਕੀਤਾ ਤੇ ਸ਼੍ਰੀ ਰਾਮਚੰਦਰ ਜੀ ਦਾ ਉਂਝ ਕਵੀ ਜੀ ਉਚਾਰਨ ਕਰਦਿਆਂ ਗੁਰੂ ਰਾਮਦਾਸ ਜੀ ਦੀ ਮਹਿਮਾ ਨੂੰ
ਉੱਚੀਆਂ ਕਰਕੇ ਪ੍ਰਗਟਾਉਂਦੇ ਨੇ, ਤੇ ਇਹ ਹੀ ਸਿੱਖ ਦਾ ਫਰਜ਼ ਵੀ ਬਣਦਾ ਹੈ। ਤੇ ਉਹਨਾਂ ਨੇ ਬਹੁਤ ਸਾਰੇ ਗੁਣ ਜੋ ਗਿਣਤੀ ਤੋਂ ਰਹਿਤ ਨੇ, ਨਹੀਂ ਗਿਣੇ ਜਾ ਸਕਦੇ। ਗੁਰੂ ਰਾਮਦਾਸ ਜੀ ਦੇ ਪਰ ਉਪਕਾਰ, ਇਹ ਤੇ ਬਚਨ ਕੇਵਲ ਨਾਵਾਂ ਦਾ ਕੀਤਾ। ਕਹਿਣ ਲੱਗੇ ਸ੍ਰੀ ਗੁਰੂ ਰਾਮਦਾਸ ਜੀ ਤੇ ਰਾਮਚੰਦਰ ਜੀ, ਉਹਨਾਂ ਦੇ ਨਾਵਾਂ ਦੀ ਸੋਹਣੀ ਅਭੇਦਤਾ ਸਮਝੋ। ਤਥਾ ਸਰੂਪ ਏਕ ਹੈ, ਸੰਦੇਹ ਨਾ ਉਠਾਇਆ। ਸਾਧ ਸੰਗਤ, ਜਦੋਂ ਗੁਰੂ ਚਰਨਾਂ ਨਾਲ ਪਿਆਰ ਜੁੜਿਆ ਹੋਵੇ ਤੇ ਗੁਰੂ ਚਰਨਾਂ ਨਾਲ ਜੁੜੀਆਂ ਹੋਈਆਂ ਆਤਮਾਵਾਂ ਜਿਹੜੀਆਂ ਨੇ, ਉਹ ਫਿਰ ਜਦੋਂ ਬਿਆਨ ਕਰਦੀਆਂ ਨੇ, ਤੇ ਕਵੀ ਜੀ ਕਹਿਣ ਲੱਗੇ ਇੱਕ ਹੀ ਸਰੂਪ ਹੈ, ਤੇ ਭਾਈ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਨਾ ਕਰੋ, ਕੋਈ ਸੰਸਾ ਨਾ ਕਰੋ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼੍ਰੀ ਰਾਮਚੰਦਰ ਜੀ, ਉਹਨਾਂ ਦੇ ਨਾਵਾਂ ਦੀ ਸੋਹਣੀ ਅਭੇਦਤਾ ਸਮਝੋ। ਮਹੀਪ ਰੂਪ ਹੋਣ ਤੇ ਸੋ ਚੰਦ ਸੰਗ ਭਾਖਿਆ। ਸ਼੍ਰੀ ਰਾਮਚੰਦਰ ਜੀ ਰਾਜਾ ਹੋਣ ਕਰਕੇ, ਉਹ ਰਾਜਾ ਵੀ ਸਨ, ਤੇ ਉਹਨਾਂ ਦੇ ਨਾਮ ਨਾਲ ਜਿਹੜਾ ਚੰਦ ਸ਼ਬਦ ਹੈ, ਇਹ ਉਚਾਰਨ ਕਰੋ। ਇਹ ਕਹੋ ਵੀ ਸ਼੍ਰੀ ਰਾਮਚੰਦ ਜੀ, ਰਾਮਚੰਦਰ ਜੀ, ਉਹਨਾਂ ਨੂੰ ਚੰਦ ਦੇ ਨਾਮ ਨਾਲ ਬੋਲਿਆ ਜਾਏਗਾ। ਜਨਾ ਅਵਤਾਰ ਏ ਭਏ, ਤੋ ਦਾਸ ਨਾਮ ਆਖਿਆ। ਜਨਾ ਅਵਤਾਰ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਭਗਤੀ ਵਾਲਾ, ਭਗਤੀ ਦੇ ਅਵਤਾਰ। ਮੰਨੋ ਸ਼੍ਰੀ ਗੁਰੂ ਰਾਮਦਾਸ ਜੀ ਭਗਤੀ ਦੇ ਅਵਤਾਰ ਨੇ, ਤੋ ਉਹਨਾਂ ਦੇ ਨਾਮ ਨਾਲ ਦਾਸ, ਜਿਵੇਂ ਸ਼੍ਰੀ ਗੁਰੂ ਰਾਮਦਾਸ ਜੀ ਆਪਾਂ ਕਹਿ ਕੇ ਸੰਬੋਧਨ ਕਰਦੇ, ਉਚਾਰਨ ਕਰਦੇ ਹਾਂ। ਸ਼੍ਰੀ ਰਾਮਚੰਦਰ ਜੀ ਨੂੰ ਕੇਵਲ ਚੰਦ ਸ਼ਬਦ ਨਾਲ ਬੋਲਾਂਗੇ। ਇੱਧਰ ਭਗਤੀ ਦੇ ਅਵਤਾਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਨੂੰ ਦਾਸ ਨਾਮ ਨਾਲ ਅਸੀਂ ਸੰਬੋਧਨ ਕਰਦੇ ਹਾਂ। ਸੋਰਠਾ ਭਗਤ ਦੇ ਅਵਤਾਰ, ਜਾਂ ਤੇ ਰਾਮ ਸੋ ਦਾਸ ਕਹੈ। ਮਾਨੋ ਗੁਰੂ ਰਾਮਦਾਸ ਭਗਤੀ ਦਾ ਅਵਤਾਰ ਧਾਰਨ ਕਰਕੇ ਆਏ, ਤੇ ਇਸ ਕਰਕੇ ਉਹਨਾਂ ਨੂੰ ਰਾਮ ਦੇ ਦਾਸ ਭਾਵ ਪਰਮਾਤਮਾ ਦੇ ਸੇਵਕ ਕਹਿਣਾ ਬਣਦਾ ਹੈ। ਰਾਜਾ ਰਾਮ ਉਦਾਰ, ਰਾਮਚੰਦ ਕਹਿਬੋ ਬਨੈ। ਜੋ ਸ੍ਰੀ ਰਾਜਾ ਜੀ ਰਾਮਚੰਦਰ ਜੀ, ਉਹਨਾਂ ਨੂੰ ਇਹ ਨਾਮ ਹੀ ਫੱਬਦਾ ਹੈ, ਰਾਮਚੰਦ ਕਹਿਣਾ ਹੀ ਬਣਦਾ, ਜਾਂ ਰਾਮਚੰਦਰ ਹੀ ਕਹਿਣਾ ਬਣਦਾ ਹੈ। ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਾਸ ਕਹਿ ਕੇ, ਅਕਾਲ ਪੁਰਖ ਦੇ ਸੇਵਕ ਕਹਿ ਕੇ ਆਪਾਂ ਯਾਦ ਕਰਨਾ ਹੈ। ਚੌਪਈ ਸ੍ਰੀ ਗੁਰ ਅਮਰਦਾਸ ਕੇ ਪਾਛੇ। ਧੰਨ ਸ੍ਰੀ ਗੁਰੂ ਅਮਰਦਾਸ ਮਾਲਕ ਜੀ ਦੇ ਭਾਵ ਉਹਨਾਂ ਦੇ ਗੁਰਤਾ ਗੱਦੀ ਤੋਂ ਪਿੱਛੋਂ ਸੋਢੀ ਬੰਸ ਵਿਭੂਖਨ ਆਛੇ। ਤੇ ਸੋਢੀ ਬੰਸ ਵਿੱਚੋਂ ਬਹੁਤ ਸੁੰਦਰ ਗਹਿਣੇ, ਮਾਨੋ ਬੜੀ ਰੱਬ ਦੀ ਰਹਿਮਤ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸਿੰਘਾਸਨ ਬੈਠੇ ਗੁਰ ਪੂਰੇ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਕਿਰਪਾ ਵਰਤੀ, ਤੇ ਉਹ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪੂਰੇ ਸਤਿਗੁਰੂ ਜੀ ਬਿਰਾਜਮਾਨ ਹੋਏ। ਮਾਇਆ ਤੇ ਅਲੇਪ ਗੁਣ ਰੂਰੇ। ਮਾਇਆ ਤੋਂ ਅਲੇਪ ਤੇ ਗੁਣਾਂ ਦੇ ਬੜੇ ਸੁੰਦਰ ਮਹਾਨ ਗੁਣਾਂ ਦੇ ਖਜ਼ਾਨੇ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰਤਾ ਰਥ ਅਰੂੜ ਬੋ ਕਰੇ। ਗੁਰੂ ਰਾਮਦਾਸ ਜੀ ਮਾਨੋ ਗੁਰਤਾ ਦੇ ਰਥ ਉੱਤੇ ਸਵਾਰ ਹੋ ਗਏ, ਭਾਵ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਗੱਦੀ ਉੱਤੇ ਬਿਰਾਜਮਾਨ ਹੋਏ। ਚੌਥੋ ਸੂਰਜ ਜਨ ਨਭ ਚਰੇ। ਮਾਨੋ ਆਕਾਸ਼ ਵਿੱਚ ਜਿਵੇਂ ਚੌਥਾ ਸੂਰਜ ਚੜਿਆ ਹੋਵੇ, ਇਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਨਾਨਕ ਸਾਹਿਬ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਤੇ ਚੌਥੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ,
ਇਸ ਤਰ੍ਹਾਂ ਉਹਨਾਂ ਦਾ ਪ੍ਰਕਾਸ਼ ਹੋਇਆ। ਅਜ਼ਮਤ ਜੋਤ ਅਨੇਕ ਸਿੱਖ ਉਡਗਨ, ਤੇ ਸਾਧ ਸੰਗਤ ਬਹੁਤ ਰੱਬੀ ਰਹਿਮਤਾਂ ਨਾਲ ਭਰਪੂਰ ਸ੍ਰੀ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਪ੍ਰਗਟ ਹੋਏ ਜਿਵੇਂ ਤਾਰਿਆਂ ਦੇ ਵਿੱਚ ਪੂਰਨਮਾਸ਼ੀ ਦਾ ਚੰਦ ਚੜ੍ਹਦਾ ਹੈ ਨਾ, ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਬਹੁਤ ਗੁਰਤਾ ਗੱਦੀ ਤੇ ਬੈਠੇ ਸ਼ੋਭਾ ਵਾਲੇ ਬਣੇ। ਸਭ ਮਹਿ ਸ਼ੋਭਿਤ ਪੂਰਨ ਸਸ ਜਨ, ਇਸ ਤਰ੍ਹਾਂ ਸਾਰਿਆਂ ਵਿੱਚ ਸ਼ੋਭਾ ਪਾ ਰਹੇ ਨੇ ਗੁਰੂ ਰਾਮਦਾਸ ਜੀ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਪ੍ਰਕਾਸ਼ ਹੋਇਆ ਹੋਵੇ। ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਬੜੀਆਂ ਬਰਕਤਾਂ ਵਾਲੇ ਗੁਰਸਿੱਖਾਂ ਵਿੱਚ ਇਸ ਤਰ੍ਹਾਂ ਮਾਲਕ ਜੀ ਬਿਰਾਜਮਾਨ ਹੋਏ ਨੇ। ਜਹ ਕਹਤੇ ਸੁਨ ਸੁਨ ਸਿੱਖ ਆਏ, ਜਦੋਂ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਤੇ ਬਿਰਾਜਣਾ ਸੁਣਿਆ ਵੀ ਚੌਥੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਨੇ, ਤੇ ਜਿੱਥੋਂ ਕਿੱਥੋਂ ਦੀ ਵੀ ਸੰਗਤ ਨੇ ਸੁਣਿਆ ਤੇ ਸੁਣ ਸੁਣ ਕੇ ਸਿੱਖ ਮਾਲਕ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ। ਸ੍ਰੀ ਗੁਰ ਅਮਰ ਇਹੀ ਲਖ ਪਾਏ, ਇਹ ਭਰੋਸੇ ਵਾਲੀ ਸੰਗਤ ਨੇ ਜਾਣਿਆ ਵੀ ਸ੍ਰੀ ਗੁਰੂ ਅਮਰਦਾਸ ਜੀ ਇਹ ਹੀ ਨੇ। ਹੁਣ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਸ੍ਰੀ ਗੁਰੂ ਅਮਰ ਇਹੀ ਲਖ ਪਾਏ, ਲਖ ਹੁੰਦਾ ਜਾਣਨਾ, ਭਾਵ ਇਹ ਗੱਲ ਜਾਣੀ, ਇਹ ਸਮਝ ਵਿੱਚ ਆਈ ਕਿ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਹਨ। ਸ੍ਰੀ ਨਾਨਕ ਕੀ ਜੋਤ ਵਿਸਾਲਾ, ਇਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮਹਾਨ ਪ੍ਰਕਾਸ਼ ਹੈ, ਚਾਨਣ ਹੈ। ਇਨ ਮਹਿ ਦਿਪਤ ਜਾਨ ਤਿਸ ਕਾਲਾ, ਤੇ ਕਵੀ ਜੀ ਨੇ ਲਿਖਿਆ ਕਿ ਸਤ ਸੰਗਤ ਕਹਿਣ ਲੱਗੀ ਇਨ ਮੈਂ ਦਿਪਤ, ਦਿਪਤ ਹੁੰਦਾ ਸਾਧ ਸੰਗਤ ਪ੍ਰਕਾਸ਼, ਇਹਨਾਂ ਵਿੱਚ ਜਿਹੜੀ ਜੋਤ ਹੈ ਨਾ ਗੁਰੂ ਨਾਨਕ ਸਾਹਿਬ ਵਾਲੀ, ਹੁਣ ਉਸੇ ਜੋਤ ਦਾ ਭਾਈ ਪ੍ਰਕਾਸ਼ ਇਸ ਵਕਤ ਹੋ ਰਿਹਾ ਹੈ। ਧਰ ਧਰ ਸਭਨ ਉਪਾਇਨ ਬੰਦੇ, ਤੇ ਬੰਦੇ ਦਾ ਮਤਲਬ ਹੁੰਦਾ ਸਾਧ ਸੰਗਤ ਬੰਦਨਾ, ਹੱਥ ਜੋੜ ਕੇ ਜਿੰਨੇ ਵੀ ਗੁਰਮੁਖ ਆਉਂਦੇ ਆ ਨਾ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਸੀਸ ਧਰ ਕੇ ਤੇ ਉਪਾਇਨ ਕਹੀਏ ਪਿਟਾਵਾਂ ਅਰਪਣ ਕਰਕੇ ਹੱਥ ਜੋੜਦੇ ਨੇ। ਦੇਖ ਸਰੂਪ ਸੁਭਾਉ ਆਨੰਦੇ, ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੂਪ ਦਰਸ਼ਨ ਕਰਕੇ ਤੇ ਸੁਭਾਅ ਵੇਖ ਕੇ ਗੁਰਸਿੱਖਾਂ ਦਾ ਮਨ ਆਨੰਦ ਨਾਲ ਭਰ ਜਾਂਦਾ ਹੈ। ਤ੍ਰੈ ਦਿਨ ਬਿਤੇ ਜਾਨ ਸਮੁਦਾਈ, ਜਦੋਂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜੋਤੀ ਜੋਤ ਸਮਾਇਆ, 3 ਦਿਨ ਗੁਜ਼ਰ ਗਏ, 3 ਦਿਨ ਲੰਘ ਗਏ। ਜਹ ਸੰਸਕਾਰ ਗਏ ਤਿਸ ਥਾਈ, ਜਿਸ ਪਵਿੱਤਰ ਥਾਂ ਤੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸੰਸਕਾਰ ਹੋਇਆ ਸੀ, ਉਸ ਥਾਂ ਉੱਤੇ ਸਤਿਗੁਰ ਰਾਮਦਾਸ ਹੋਏ ਖਰੇ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਸ ਪਵਿੱਤਰ ਜਗ੍ਹਾ ਤੇ ਭਾਵ ਖੜੇ ਹੋ ਗਏ ਨੇ। ਕਮਲ ਬਿਲੋਚਨ ਜਲ ਸੋ ਭਰੇ, ਤੇ ਵੈਰਾਗ ਨਾਲ ਸਤਿਗੁਰਾਂ ਦੇ ਗੁਣ ਚੇਤੇ ਕਰਦਿਆਂ, ਸਤਿਗੁਰਾਂ ਦੇ ਪਰ ਉਪਕਾਰ ਚੇਤੇ ਕਰਦਿਆਂ, ਧੰਨ ਗੁਰੂ ਰਾਮਦਾਸ ਤੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਚੇਤੇ ਕਰਦਿਆਂ, ਉਹਨਾਂ ਦੇ ਜਿਹੜੇ ਕਮਲ ਬਿਲੋਚਨ ਨੇਤਰ ਸੀ, ਕਮਲ ਵਰਗੇ, ਉਹ ਭਾਵ ਵੈਰਾਗ ਦਾ ਪਿਆਰ ਜਾਗਿਆ ਅੰਦਰ, ਭਾਵ ਵੈਰਾਗ ਨਾਲ ਜਿਹੜੇ ਆਪਣੇ ਅੱਖਾਂ ਸਨ, ਨੇਤਰ ਸਨ, ਉਹ ਭਾਵ ਭਰ ਗਏ, ਵੈਰਾਗ ਆਇਆ ਜੀ। ਸੰਗ ਮੋਹਰੀ ਸ਼ੋਕ ਉਪਾਵਤ, ਤੇ ਭਾਈ ਬਾਬਾ ਮੋਹਰੀ ਜੀ ਜੋ ਗੁਰੂ ਅਮਰਦਾਸ ਜੀ ਦੇ ਪੁੱਤਰ ਸਨ, ਉਹਨਾਂ ਦਾ ਵੀ ਭਾਵ ਜਿਹੜਾ ਵੈਰਾਗ ਵਾਲਾ ਹਿਰਦਾ ਬਣਿਆ, ਕਿਉਂਕਿ ਪਿਤਾ ਜੀ ਦੇ ਵਿਛੋੜੇ ਕਰਕੇ। ਮੋਹਨ ਆਦਿਕ ਸੀਸ ਨਿਵਾਵਤ, ਤੇ ਵੱਡੇ ਸਾਹਿਬਜ਼ਾਦੇ, ਵੱਡੇ ਸਪੁੱਤਰ ਗੁਰੂ ਅਮਰਦਾਸ ਜੀ ਦੇ ਬਾਬਾ ਮੋਹਨ ਜੀ, ਉਹ ਵੀ ਆਏ ਨੇ ਉਸ ਥਾਂ ਤੇ ਜਿੱਥੇ ਸੰਸਕਾਰ ਹੋਇਆ।
ਤੇ ਉਹਨਾਂ ਨੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਣ ਕੇ ਸੀਸ ਨਵਾਇਆ। ਬ੍ਰਿਧ ਨੇ ਸਭ ਸੋ ਬਾਕ ਉਚਾਰਾ। ਇਸ ਤਰ੍ਹਾਂ ਜਦੋਂ ਵੀ ਦਰਸ਼ਨ ਕਰਨ ਆਉਂਦੇ ਤੇ ਗੁਰੂ ਅਮਰਦਾਸ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਕਰਦਿਆਂ ਪਵਿੱਤਰ ਨੇਤਰਾਂ ਵਿੱਚੋਂ ਜਲ ਚੱਲ ਪੈਂਦਾ ਹੈ। ਤੇ ਜਦੋਂ ਜਲ ਚੱਲਦਾ ਵੇਖਿਆ ਤੇ ਬਾਬਾ ਬੁੱਢਾ ਜੀ ਨੇ ਸਾਰੇ ਗੁਰਸਿੱਖਾਂ ਨੂੰ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਜੀ, ਬਾਬਾ ਬੁੱਢਾ ਸਾਹਿਬ ਜੀ ਆਪਣੀ ਪਵਿੱਤਰ ਰਸਨਾ ਤੋਂ ਇਸ ਤਰ੍ਹਾਂ ਬਚਨ ਕਹਿਣ ਲੱਗੇ। ਕਹਿਓ ਗੁਰੂ ਕੋ ਕਿਉਂ ਨਾ ਚਿਤਾਰਾ। ਕਹਿਣ ਲੱਗੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਤੁਸੀਂ ਗੁਰੂ ਪਿਤਾ ਦਾ ਕਹਿਆ ਹੋਇਆ ਬਚਨ ਕਿਉਂ ਨਹੀਂ ਚਿਤਾਰਦੇ, ਕਿਉਂ ਨਹੀਂ ਚੇਤੇ ਕਰਦੇ। ਗੁਰੂ ਪਿਤਾ ਜੀ ਨੇ ਤੇ ਸਾਨੂੰ ਬਚਨ ਇਹ ਜੋ ਕਹੇ ਨੇ ਉਹਨਾਂ ਬਚਨਾਂ ਤੇ ਪਹਿਰਾ ਦਈਏ ਤੇ ਆਪਾਂ ਕੋਈ ਨੇਤਰਾਂ ਵਿੱਚੋਂ ਜਲ ਆਦਿਕ ਨਹੀਂ ਲਿਆਉਣਾ, ਕੋਈ ਸ਼ੋਕ ਨਹੀਂ ਕਰਨਾ। ਜੋ ਬਚਨ ਗੁਰੂ ਜੀ ਨੇ ਕਹੇ ਨੇ ਉਹਨਾਂ ਨੂੰ ਚੇਤੇ ਕਰੋ। ਮੇਰੋ ਸ਼ੋਕ ਨਾ ਕਰੋ ਕਦਾਈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਹਾ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਸਤਿਗੁਰਾਂ ਦਾ ਹੁਕਮ ਸੀ ਵੀ ਮੇਰਾ ਕਿਸੇ ਨੇ ਸ਼ੋਕ ਕਦੇ ਵੀ ਨਹੀਂ ਕਰਨਾ। ਸਿਮਰੋ ਹਰ ਹਰ ਆਨੰਦ ਉਪਾਈ। ਤੇ ਤੁਸੀਂ ਵਾਹਿਗੁਰੂ ਦਾ ਨਾਮ ਸਿਮਰ ਕੇ ਗੁਰੂ ਅਮਰਦਾਸ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਯਾਦ ਕਰ ਕਰਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਹੁਤ ਵੱਡਾ ਅੰਦਰ ਆਨੰਦ ਪੈਦਾ ਕਰਨਾ ਹੈ। ਉਲੰਘਨ ਜੋਗ ਨ ਬਾਕ ਤਿਨੋ ਕਾ। ਉਹਨਾਂ ਦਾ ਪਵਿੱਤਰ ਵਾਕ ਗੁਰੂ ਅਮਰਦਾਸ ਜੀ ਦਾ ਇਹ ਕਦੀ ਵੀ ਤਿਆਗਣਾ ਨਹੀਂ ਤੇ ਕਦੀ ਵੀ ਬਚਨ ਦੀ ਉਲੰਘਣਾ ਨਹੀਂ ਕਰਨੀ। ਜਾਂ ਤੇ ਕਰੋ ਨ ਕਬ ਮਿਲ ਸ਼ੋਕਾ। ਤੇ ਕਦੀ ਵੀ ਉਹਨਾਂ ਨੂੰ ਉਹਨਾਂ ਦੀ ਸੰਗਤ ਵਿੱਚ ਆ ਕੇ ਜਾਂ ਆਪਸ ਵਿੱਚ ਮਿਲ ਕੇ ਕੋਈ ਸ਼ੋਕ ਆਦਿਕ ਦੁੱਖ ਆਦਿਕ ਨਹੀਂ ਪ੍ਰਗਟ ਕਰਨਾ। ਇਹ ਤੇ ਗੁਰੂ ਜੀ ਦਾ ਫਿਰ ਬਚਨ ਉਲੰਘਣ ਕਰਨ ਵਾਲਾ ਹੋਵੇਗਾ। ਸੁਨ ਬ੍ਰਿਧ ਕਰ ਉਚਿਤ ਸ਼ੁਭਾ ਬੈਨਾ। ਸੁਣ ਕਰ ਬ੍ਰਿਧ, ਸੁਣ ਬ੍ਰਿਧ ਕੇਰ ਉਚਿਤ ਸ਼ੁਭ ਬੈਨਾ। ਜਦੋਂ ਬਾਬਾ ਬੁੱਢਾ ਜੀ ਦੇ ਪਵਿੱਤਰ ਬਚਨ ਆਪਣੇ ਕੰਨਾਂ ਨਾਲ ਸਾਰਿਆਂ ਨੇ ਸਰਵਣ ਕੀਤੇ, ਸੁਣੇ ਨੇ। ਰੋਕਿਓ ਜਲ ਕੋ ਨਿਜ ਨਿਜ ਨੈਣਾ। ਆਪੋ ਆਪਣੇ ਨੈਣਾਂ ਵਿੱਚੋਂ ਅੱਖਾਂ ਵਿੱਚੋਂ ਜੋ ਪਿਆਰ ਦਾ ਜਲ ਵਗਦਾ ਸੀ ਜਾਂ ਪਿਆਰ ਦੇ ਆਂਸੂ ਆਉਂਦੇ ਸਨ ਉਹਨਾਂ ਨੂੰ ਫਿਰ ਬਾਬਾ ਬੁੱਢਾ ਜੀ ਦੇ ਕਹਿਣ ਉੱਤੇ ਭਾਈ ਰੋਕ ਲਿਆ। ਬੀਨ ਬੀਨ ਕਰ ਅਸਤ ਸਖੇਲੇ। ਸਾਧ ਸੰਗਤ ਫਿਰ ਜਦੋਂ ਜਲ ਰੋਕਿਆ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਆਗਿਆ ਕਰਕੇ ਨਾ ਇੱਥੇ ਬਚਨ ਆਇਆ ਵੀ ਜਦੋਂ ਆਪਾਂ ਚੜ੍ਹਾਈ ਕਰਨ ਤੋਂ ਬਾਅਦ ਸੰਸਕਾਰ ਕਰਨ ਤੋਂ ਬਾਅਦ ਫਿਰ ਅੰਗੀਠਾ ਸੰਭਾਲਣ ਦੀ ਇੱਕ ਦਿਨ ਹੁੰਦਾ ਵੀ ਜਦੋਂ ਅੰਗੀਠਾ ਠੰਡਾ ਹੋ ਜਾਏ, ਉਹਦੀ ਅੱਗ ਠੰਡੀ ਪੈ ਜਾਏ ਤੇ ਆਪਾਂ ਫਿਰ ਸਾਧ ਸੰਗਤ ਅੰਗੀਠਾ ਸਾਂਭਦੇ ਹਾਂ। ਇੱਕ ਮੈਂ ਤੁਹਾਨੂੰ ਅਰਜ਼ ਜ਼ਰੂਰ ਕਰਾਂਗਾ ਕਿ ਆਪਣੀ ਬੋਲੀ ਵਿੱਚ ਆਪਾਂ ਬੋਲ ਦਿੰਨੇ ਆ ਵੀ ਫਲਾਣਾ ਗੁਜ਼ਰ ਗਿਆ ਸੀ ਜਾਂ ਚੜ੍ਹਾਈ ਕਰ ਗਿਆ ਤੇ ਅੱਜ ਉਹਦੇ ਫੁੱਲ ਚੁਣਨੇ। ਅਸਲ ਵਿੱਚ ਗੁਰ ਮਰਿਆਦਾ ਵਿੱਚ ਇਹ ਹੈ ਵੀ ਅੰਗੀਠਾ ਸੰਭਾਲਣਾ, ਵਿੱਚੋਂ ਅਸਤੀਆਂ ਨਹੀਂ ਚੁਣਨੀਆਂ ਚਾਹੀਦੀਆਂ। ਸਾਰਾ ਇਕੱਠਾ ਜਿਹੜਾ ਕਰਕੇ ਅੰਗੀਠਾ ਤੇ ਜਾਂ ਧਰਤੀ ਵਿੱਚ ਜਾਂ ਫਿਰ ਵਗਦੇ ਹੋਏ ਜਲ ਵਿੱਚ ਪ੍ਰਵਾਹ ਕਰ ਦੇਣਾ ਚਾਹੀਦਾ ਹੈ। ਤੋ ਸਾਧ ਸੰਗਤ ਕਵੀ ਜੀ ਨੇ ਵੀ ਇੱਥੇ ਦੱਸਿਆ ਹੈ ਕਿ ਜਦੋਂ ਅੰਗੀਠਾ ਸੰਭਾਲਣ ਦਾ ਟਾਈਮ ਆਇਆ, ਸਮਾਂ ਆਇਆ, ਸੁੰਦਰ ਬਸਤਰ ਵਿਖੈ ਸਭ ਮੇਲੇ। ਤੇ ਗੁਰਸਿੱਖਾਂ ਨੇ ਰਲ ਕੇ ਅੰਗੀਠਾ ਸੰਭਾਲਿਆ ਤੇ ਉਸ ਅੰਗੀਠੇ ਨੂੰ ਫਿਰ ਸੁੰਦਰ ਬਸਤਰ ਵਿੱਚ ਸਾਰਾ ਇਕੱਠਾ ਕਰ ਦਿੱਤਾ ਜੀ। ਸੁਰਸਰ ਕੋ ਤਤ ਛਿਨ ਪਹੁੰਚਾਏ। ਵਗਦੇ ਹੋਏ ਜਲ ਵਿੱਚ ਉਹ ਜਿਹੜਾ ਸਾਰਾ ਅੰਗੀਠਾ ਸੀ ਪਹੁੰਚਾਇਆ ਗਿਆ। ਸਾਵਣ ਮਲ ਤਿਨ ਸੰਗ ਸਦਾਏ। ਭਾਈ ਸਾਮਣ ਮਲ ਜੀ ਨਾਲ ਗਏ ਨੇ ਜੀ ਸਤਿਗੁਰੂ ਜੀ ਦੇ ਪਰਿਵਾਰ ਵਿੱਚੋਂ। ਜਗਤ ਮਿਰਜਾਦ ਹੇਤ ਕ੍ਰਿਤ ਸਾਰੀ। ਤੋ ਜਿਹੜੀ ਗੁਰੂ ਘਰ ਦੀ ਮਰਿਆਦ ਹੈ ਨਾ ਸਾਧ ਸੰਗਤ, ਜਗਤ ਦੀਆਂ ਮਰਿਆਦਾਵਾਂ ਕੁਝ ਹੋਰ ਨੇ ਤੇ ਗੁਰੂ ਘਰ ਦੀ ਮਰਿਆਦਾ
ਅਸੀਂ ਕਈ ਵਾਰ ਪੜ੍ਹ ਸੁਣ ਕੇ ਵੀ ਉਹਨਾਂ ਤੇ ਬਚਨਾਂ ਤੇ ਪਹਿਰਾ ਨਹੀਂ ਦਿੰਦੇ। ਜਿਹੜੀ ਗੁਰੂ ਘਰ ਦੀ ਸਾਰੀ ਮਰਿਆਦਾ ਸੀ, ਜਥਾ ਜੋਗ ਕੀਨ ਸਹਿਤਕਾਰੀ। ਉਹ ਸਾਰਾ ਕਾਰਜ ਗੁਰੂ ਘਰ ਦੀ ਮਰਿਆਦਾ ਅਨੁਸਾਰ ਹੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਨਿਭਾਇਆ ਜੀ। ਬੈਠੇ ਸਕਲ ਬਾਵਲੀ ਤੀਰ। ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇ ਹੋਰ ਗੁਰਸਿੱਖ ਜਿਹੜੇ ਨੇ ਉਹ ਸਾਰੇ ਰਲ ਕੇ ਤੇ ਬੌਲੀ ਸਾਹਿਬ ਦੇ ਕੰਢੇ ਤੇ ਆਣ ਕੇ ਬੈਠੇ ਨੇ। ਆਵੇ ਨਿਤ ਸੰਗਤ ਕੀ ਭੀਰ। ਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਕਰਕੇ ਸੰਗਤ ਦੂਰੋਂ ਨੇੜਿਓਂ ਚੱਲ ਕੇ ਆਉਂਦੀ ਹੈ ਤੇ ਆਈ ਹੋਈ ਸੰਗਤ ਦੀ ਬਹੁਤ ਭੀੜ ਬਣ ਜਾਂਦੀ ਹੈ। ਗਾਵੇ ਸ਼ਬਦ ਰਬਾਬੀ ਰਾਗ। ਤੇ ਗੁਰੂ ਅਮਰਦਾਸ ਜੀ ਦੀ ਜਿੱਥੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਉੱਥੇ ਗੁਰਸਿੱਖ ਆਣ ਕੇ ਬੈਠਦੇ ਨੇ ਤੇ ਬੈਠੇ ਹੋਏ ਗੁਰਸਿੱਖਾਂ ਵਿੱਚ ਦੀਵਾਨ ਲੱਗਦਾ ਤੇ ਰਾਗੀ ਸਿੰਘ ਰਬਾਬੀ ਸਿੰਘ ਬੜੇ ਸੁੰਦਰ ਢੰਗ ਨਾਲ ਗੁਰੂ ਕੇ ਸ਼ਬਦਾਂ ਦਾ ਗਾਇਨ ਕਰਦੇ ਨੇ। ਜਿਨ ਕੇ ਬਿਖੈ ਪਰਮ ਬੈਰਾਗ। ਜਿਹੜੇ ਗੁਰੂ ਘਰ ਦੇ ਰਬਾਬੀਆਂ ਵਿੱਚ ਵੀ ਬਹੁਤ ਵੱਡਾ ਪਰਮ ਹੁੰਦਾ, ਵੱਡਾ ਬੈਰਾਗ ਭਾਵ ਬੈਰਾਗ ਸੀ ਜਿਨ੍ਹਾਂ ਦੇ ਹਿਰਦੇ ਵਿੱਚ। ਸਭਾ ਲਗੇ ਜਬ ਹੋਵਤ ਭੋਰ। ਤੇ ਸਭਾ ਲੱਗਦੀ ਭਾਵ ਸੰਗਤ ਜੁੜਦੀ ਹੈ ਜਦੋਂ ਅੰਮ੍ਰਿਤ ਵੇਲਾ ਸਵੇਰ ਵੇਲਾ ਹੁੰਦਾ ਹੈ। ਆਵੇਂ ਸਿੱਖ ਕਰਹਿ ਬਹੁ ਜੋਰ। ਤੇ ਸਾਧ ਸੰਗਤ ਜੋੜ ਦਾ ਅਰਥ ਹੈ ਜੋੜ ਮੇਲਾ ਭਾਵ ਆਵੇਂ ਜਿਨ ਕੈ ਬਿਖੈ ਸਿੱਖ ਕਰੈ ਬਹੁ ਜੋਰ। ਆਵੇਂ ਸਿੱਖ ਕਰੈ ਬਹੁ ਜੋਰ। ਸਿੱਖਾਂ ਦਾ ਬਹੁਤ ਜੋੜ ਮੇਲਾ ਬਣਦਾ ਜਦੋਂ ਉਸ ਸਥਾਨ ਤੇ ਆਣ ਕੇ ਸੰਗਤ ਜੁੜਦੀ, ਸਿੱਖ ਜੁੜਦੇ ਨੇ। ਤਿਸੀ ਪ੍ਰਕਾਰ ਦੇਗ ਨਿਤ ਹੋਏ। ਤੇ ਸਾਧ ਸੰਗਤ ਗੁਰੂ ਘਰ ਦੀ ਮਰਿਆਦਾ ਮੁਤਾਬਕ ਫਿਰ ਲੰਗਰ ਚੱਲਦਾ ਹੈ। ਤਿਸੀ ਪ੍ਰਕਾਰ ਦੇਗ ਨਿਤ ਹੋਏ। ਦੇਗ ਦਾ ਅਰਥ ਹੈ ਲੰਗਰ। ਲੰਗਰ ਨਿਤਾ ਪ੍ਰਤੀ ਤਿਆਰ ਹੁੰਦਾ ਤੇ ਗੁਰਸਿੱਖਾਂ ਵਿੱਚ ਵਰਤਦਾ ਹੈ। ਮਿਲੇ ਹਜ਼ਾरों ਅਚ ਵਹਿ ਸੋਏ। ਤੇ ਹਜ਼ਾਰਾਂ ਸਿੱਖ ਮਿਲ ਕੇ ਤੇ ਗੁਰੂ ਕਾ ਲੰਗਰ ਛਕਦੇ ਨੇ। ਤ੍ਰਿਓਦਸ ਦਿਵਸ ਬਤੀਤੇ ਜਬ। ਜਦੋਂ ਸਾਧ ਸੰਗਤ ਜੋ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਤਨ ਸ਼ੁਕਰਾਨਾ ਕਰਨਾ ਜਾਂ ਉਸ ਦਾ ਜਸ ਕਰਨ ਦਾ ਜਿਹੜਾ ਦਿਨ ਮਿਥਿਆ ਸੀ, ਜਦੋਂ ਉਹ ਦਿਨ ਬਤੀਤ ਹੋ ਕੇ ਤੇ ਉਹ ਦਿਨ ਆਇਆ ਜੀ। ਭੋਜਨ ਕਰਿਓ ਅਨਕ ਬਿਦ ਤਬ। ਤੇ ਬਹੁਤ ਸਾਰਾ ਲੰਗਰ ਵਰਤਿਆ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਵੇਲੇ। ਤੇ ਜਦੋਂ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਉਸ ਵਕਤ ਜਿਹੜਾ ਦਿਨ ਨਿਯਤ ਕੀਤਾ ਤੇ ਕੀਤੇ ਹੋਏ ਦਿਨ ਦੇ ਨਿਯਤ ਕੀਤੇ ਹੋਏ ਦਿਨ ਦੇ ਸਮੇਂ ਬਹੁਤ ਲੰਗਰ ਗੁਰੂ ਕਾ ਵਰਤਿਆ ਜੀ। ਗੋਇੰਦਵਾਲ ਮੇਲ ਬਹੁ ਹੋਵਾ। ਤੇ ਬਹੁਤਾਤ ਸੰਗਤਾਂ ਜੁੜੀਆਂ ਨੇ, ਬਹੁਤਾਤ ਗੁਰਸਿੱਖਾਂ ਦਾ ਮੇਲ ਹੋਇਆ ਉਸ ਦਿਨ ਗੋਇੰਦਵਾਲ ਸਾਹਿਬ ਵਿਖੇ। ਸਭ ਹਿਨ ਰਾਮਦਾਸ ਗੁਰ ਜੋਵਾ। ਤੇ ਜੁੜੇ ਹੋਏ ਗੁਰਸਿੱਖਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਸਕਲ ਬੇਕ ਸਾਧੂ ਸਮੁਦਾਏ। ਤੇ ਕਈ ਭੇਖਾਂ ਦੇ ਸਾਧੂਆਂ ਦੇ ਸਮੁਦਾਏ ਤੇ ਬਹੁਤਾਤ ਗੁਰਸਿੱਖ ਪਹੁੰਚੇ ਨੇ। ਕਰਨ ਆਹਾਰ ਮੇਲ ਕਰ ਆਏ। ਤੇ ਕਈ ਗੁਰਮੁਖ ਭੋਜਨ ਲੰਗਰ ਛਕਣ ਵਾਸਤੇ ਵੀ ਗੁਰੂ ਕੇ ਦਰਬਾਰ ਵਿੱਚ ਆਏ ਨੇ। ਬਖਸ਼ਿਸ਼ ਭਈ ਮੰਜੀਆਂ ਜੇਤਕ। ਜਿਹੜੀਆਂ ਬਖਸ਼ਿਸ਼ ਭਰੀਆਂ ਮੰਜੀਆਂ ਸਨ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ 22 ਮੰਜੀਆਂ, 22 ਪ੍ਰਚਾਰਕ ਜਿਨ੍ਹਾਂ ਨੂੰ ਆਪਾਂ ਕਹਿੰਨੇ 22 ਮੰਜੀਆਂ ਵਾਲੇ ਜਿਹੜੇ ਗੁਰਮੁਖ ਸਨ। ਲੈ ਅਕੋਰ ਕੋ ਪਹੁੰਚੇ ਤੇਤਕ। ਜੋ 22 ਮੰਜੀਆਂ ਵਾਲੇ ਗੁਰੂ ਘਰ ਦੇ ਮੰਜੀਦਾਰ ਵੀ ਪਟਾਵਾਂ ਲੈ ਕੇ ਤੇ ਸਾਰੇ ਗੁਰਮੁਖ ਗੋਇੰਦਵਾਲ ਸਾਹਿਬ ਵਿੱਚ ਜੁੜੇ ਨੇ।
ਸ੍ਰੀ ਗੁਰ ਰਾਮਦਾਸ ਕੇ ਤੇ ਆਗੇ ਜਿਤਨੇ ਗੁਰਮੁਖ ਪ੍ਰਚਾਰਕ ਮੰਜੀਦਾਰ ਪਹੁੰਚੇ ਨੇ ਸਾਰੇ ਹੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਪ ਅਰਪ ਕਰ ਪਾਇਨ ਤੇ ਲਾਗੇ ਲਿਆਂਦੀਆਂ ਹੋਈਆਂ ਭਿਟਾਵਾਂ ਅਰਪਣ ਕਰਕੇ ਤੇ ਸਾਰੇ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਲੱਗੇ ਨੇ। ਜਿਸ ਕੋ ਆਪ ਗਏ ਕਰ ਟੀਕਾ ਤੇ ਸਾਰੇ ਗੁਰਸਿੱਖ ਨਮਸਕਾਰ ਕਰਕੇ ਕਹਿਣ ਲੱਗੇ ਅਸੀਂ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਝੁਕੇ ਹਾਂ ਕਿਉਂਕਿ ਧੰਨ ਸ੍ਰੀ ਗੁਰੂ ਅਮਰਦਾਸ ਜੀ ਆਪ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਗੱਦੀ ਦਾ ਤਿਲਕ ਦੇ ਕੇ ਬਖਸ਼ਿਸ਼ ਦੇ ਕੇ ਗਏ ਨੇ। ਕੌਣ ਹਟਾਏ ਸਕੈ ਤਿਨ ਲੀਕਾ ਤੇ ਗੁਰੂ ਅਮਰਦਾਸ ਵਾਲੀਆਂ ਬਖਸ਼ਾਂ ਨੂੰ ਕੌਣ ਹਟਾ ਸਕਦਾ ਹੈ? ਲੀਕਾ ਹੁੰਦਾ ਮਰਿਆਦਾ ਨੂੰ, ਉਹ ਜਿਹੜੀ ਮਰਿਆਦਾ ਕਾਇਮ ਕਰਕੇ ਗਏ ਨੇ ਉਹਨਾਂ ਨੂੰ ਕੌਣ ਹਟਾ ਸਕਦਾ ਹੈ? ਹੁਣ ਸਿੱਖ ਕੌਮ ਦੇ ਚੌਥੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਹਨ ਤੇ ਅਸੀਂ ਉਹਨਾਂ ਦੇ ਚਰਨੀ ਲੱਗ ਕੇ ਭਿਟਾਵਾਂ ਅਰਪਣ ਕਰਕੇ ਦਰਸ਼ਨ ਕਰਕੇ ਮਨ ਸਾਡੇ ਨੂੰ ਵੀ ਆਨੰਦ ਆਇਆ ਹੈ। ਮੋਹਨ ਅਪਰ ਮੋਹਰੀ ਦੂਵਾ ਇੱਧਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਤੇ ਦੂਸਰੇ ਸਪੁੱਤਰ ਬਾਬਾ ਮੋਹਰੀ ਜੀ ਤਿਨ ਦਿਸ਼ ਦੇਖ ਦੀਨ ਮਨ ਹੁਆ ਜਦੋਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਵੇਖਿਆ ਉਹਨਾਂ ਵੱਲ ਵੀ ਇਹਨਾਂ ਦਾ ਮਨ ਜਿਹੜਾ ਹੈ ਨਾ ਉਹ ਪਿਤਾ ਸਤਿਗੁਰੂ ਜੀ ਦੇ ਗੁਰਪੁਰੀ ਜਾਣ ਵਾਸਤੇ ਪਿਤਾ ਸਤਿਗੁਰੂ ਦੇ ਜੋਤੀ ਜੋਤ ਸਮਾਨ ਕਰਕੇ ਤੇ ਇਹਨਾਂ ਦੇ ਮਨ ਵਿੱਚ ਵੈਰਾਗ ਹੈ। ਸ੍ਰੀ ਗੁਰ ਰਾਮਦਾਸ ਮਹਾਰਾਜਾ ਤੇ ਸੋਚਦੇ ਨੇ ਅਪਰ ਸੰਬੰਧਨ ਕੀ ਲੱਖ ਚਾਲੀ। ਉਹਨਾਂ ਦੀ ਦਿਸ਼ਾ ਵੱਲ ਵੀ ਵੇਖਿਆ ਕਿ ਇਹਨਾਂ ਦਾ ਮਨ ਜਿਹੜਾ ਹੈ ਨਾ ਸਾਧ ਸੰਗਤ ਦੁਖੀ ਹੋਇਆ ਕਿਉਂਕਿ ਪਿਤਾ ਸਤਿਗੁਰੂ ਜੀ ਚੜ੍ਹਾਈ ਜੋਤੀ ਜੋਤ ਸਮਾਏ ਨੇ, ਇਸ ਕਰਕੇ ਵੀ ਮਨ ਵਿੱਚ ਵਿਰਾਗ ਹੈ। ਅਪ ਹੋਰਨਾਂ ਸੰਬੰਧੀਆਂ ਦੀ ਵੀ ਜਦੋਂ ਚਾਲ ਨੂੰ ਢਾਲ ਨੂੰ ਦੇਖਿਆ ਲਖਿਆ ਤੇ ਸਤਿਗੁਰੂ ਪਾਤਸ਼ਾਹ ਨੇ ਇਹ ਹੀ ਮਹਿਸੂਸ ਕੀਤਾ ਵੀ ਬਹੁਤ ਗੁਰਸਿੱਖਾਂ ਦੇ ਮਨ ਜਿਹੜੇ ਹਨ ਨਾ ਉਹ ਇਸ ਵੇਲੇ ਵਿਰਾਗ ਵਿੱਚ ਨੇ। ਤੇ ਫਿਰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਮਹਾਰਾਜ ਸਾਹਿਬ ਜੀ ਨੇ ਮਨ ਜਿਨ ਕੇ ਖਟਪਟੀ ਬਸਾਲੀ ਵੀ ਇਹਨਾਂ ਦੇ ਮਨ ਵਿੱਚ ਬੜਾ ਉਹ ਉਤਰਾ ਚੜਾ ਹੈ, ਦੁੱਖ ਵੀ ਮਹਿਸੂਸ ਕਰਦੇ ਨੇ। ਇਹ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਮਨ 'ਚ ਵਿਚਾਰਿਆ। ਸ੍ਰੀ ਗੁਰ ਰਾਮਦਾਸ ਮਹਾਰਾਜਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਇਹਨਾਂ ਬਚਨਾਂ ਨੂੰ ਜਾਣਨਾ ਕੀਤਾ ਲਖਿਆ ਜੀ। ਮਹਿਦ ਬਿਲੋਚਨ ਲਾਜ ਜਹਾਜਾ ਭਾਵ ਜਿਨ੍ਹਾਂ ਦੇ ਨੇਤਰ ਬੜੇ ਹੀ ਰਹਿਮਤ ਵਾਲੇ ਨੇ। ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚ ਬੜੀਆਂ ਬਖਸ਼ਿਸ਼ਾਂ ਨੇ। ਅੱਜ ਵੀ ਜਿਸ ਸਿੱਖ ਉੱਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ, ਨਿਹਾਲ ਨਿਹਾਲ ਕਰਦੇ ਨੇ। ਕਵੀ ਜੀ ਨੇ ਲਿਖਿਆ ਬਚਨ ਕਿਹਾ ਹੈ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਨੇਤਰ ਬੜੀ ਬਰਕਤ ਵਾਲੇ ਸਨ। ਬਹੁ ਕੋਮਲ ਜਿਨ ਸਰਲ ਸੁਭਾਉ ਇਹਨਾਂ ਦਾ ਸੁਭਾਅ ਵੀ ਬੜਾ ਸਰਲ ਹੈ ਤੇ ਇਹਨਾਂ ਦਾ ਹਿਰਦਾ ਵੀ ਬੜਾ ਕੋਮਲ ਭਾਵ ਪਵਿੱਤਰ ਹੈ। ਨਹਿ ਪਿਕ ਸਕੈ ਭੰਗ ਮਨ ਕਾਊ ਇਹ ਕਿਸੇ ਦਾ ਮਨ ਉਦਾਸ ਨਹੀਂ ਵੇਖ ਸਕਦੇ। ਗੁਰੂ ਰਾਮਦਾਸ ਪਾਤਸ਼ਾਹ ਜੀ ਹਿਰਦੈ ਵਿਚਾਰੈ ਅਨਕ ਉਪਾਊ ਤੇ ਜਦੋਂ ਕਿਸੇ ਦੇ ਮਨ ਨੂੰ ਸੋਕ ਹੋਇਆ ਜਾਣਦੇ ਨੇ ਤੇ ਫਿਰ ਉਹਦੇ ਹਿਰਦੇ ਨੂੰ ਸਵਾਰਨ ਵਾਸਤੇ ਅਨੇਕਾਂ ਉਪਾਅ ਸੋਚਦੇ ਨੇ, ਉਹਦੀ ਵਿਚਾਰ ਕਰਦੇ ਨੇ। ਕਿਮ ਹਮ ਕਰਹਿ ਨ ਦੇਖ ਸਕਾਊ ਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹ ਦੇਖ ਨਹੀਂ ਸਕਦੇ ਕਿਸੇ ਦਾ ਦੁੱਖ, ਕਿਸੇ ਦਾ ਦਰਦ ਨਹੀਂ ਦੇਖ ਸਕਦੇ। ਅਪਰ ਵਾਰਤਾ ਅਨਬਨ ਜਾਨੀ ਹੋਰ ਵਾਰਤਾ ਜਿਹੜੀ ਵਿਚਾਰ ਹੈ ਉਹਨੂੰ ਸਤਿਗੁਰੂ ਜੀ ਨੇ ਪਾਸੇ ਰੱਖ ਕਰਕੇ ਭਏ ਪ੍ਰਵੇਸ਼ ਸਦਨ ਗੁਣ ਖਾਨੀ ਜਿਹੜੀਆਂ ਬਾਕੀ ਵਿਚਾਰਾਂ ਸੀ ਉਹਨਾਂ ਨੂੰ ਅਨਬਨ ਜਾਣੀ ਜਾਣਿਆ
ਤੇ ਮੇਰੇ ਦਾਤਾ ਜੀ ਆਪਣੇ ਘਰ ਦੇ ਅੰਦਰ ਗੁਣਾਂ ਦੀ ਖਾਣ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਵੇਸ਼ ਕਰ ਲਿਆ। ਰਹੇ ਇਕਾਂਕੀ ਬੈਠ ਗੁਸਾਈ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਆਪਣੇ ਘਰ ਅੰਦਰ ਬੈਠੇ ਹੋਏ ਇਕੱਲੇ ਹੀ ਬੈਠੇ ਰਹਿੰਦੇ ਨੇ। ਜਦੋਂ ਸਾਧ ਸੰਗਤ ਇਸ ਤਰ੍ਹਾਂ ਵੇਖਿਆ ਨਾ ਵੀ ਗੁਰਸਿੱਖਾਂ ਦੇ ਨੇਤਰਾਂ ਵਿੱਚੋਂ ਜਲ ਆਉਂਦਾ ਹੈ, ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਕੱਲੇ ਹੀ ਗੁਸਾਈ ਮਾਲਕ ਜੀ ਅੰਦਰ ਬੈਠੇ ਰਹਿੰਦੇ ਨੇ। ਅੰਤਰ ਬ੍ਰਿਤੀ ਰਹੇ ਸੁਖ ਪਾਈ। ਤੇ ਉਹਨਾਂ ਦੀ ਅੰਤਰਮੁਖੀ ਬਿਰਤੀ ਜਿਹੜੀ ਹੈ ਸੁਖ ਬਖਸ਼ਣ ਵਾਲੀ, ਉਸ ਅੰਤਰਮੁਖੀ ਬਿਰਤੀ ਵਿੱਚ ਜੁੜੇ ਰਹਿੰਦੇ ਨੇ। ਵਹਿਰ ਨਿਕਸ ਕਰ ਨਾਹਿ ਨ ਬੈਠੇ। ਵਹਿਰ ਕਹਿੰਦੇ ਨੇ ਬਾਹਰ ਨੂੰ, ਤੇ ਨਿਕਸੁੰਦਾ ਆਉਣਾ ਬਾਹਰ ਨਿਕਲ ਕੇ, ਤੇ ਬਾਕੀ ਆਏ ਗੁਰਸਿੱਖਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਬੈਠਦੇ ਨਹੀਂ। ਸਿੱਖ ਸੰਗਤ ਜੈ ਸਕਲ ਇਕਾਠੈ। ਤੇ ਸਿੱਖ ਸੰਗਤ ਦੇ ਇਕੱਠ ਵਿੱਚ ਵੀ ਨਹੀਂ ਆਉਂਦੇ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਸ੍ਰੀ ਗੁਰ ਅਮਰਦਾਸ ਪਦ ਪ੍ਰੇਮ। ਇੱਧਰ ਕਮਰੇ ਵਿੱਚ ਜਾਂ ਘਰ ਵਿੱਚ ਬੈਠੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਆਰ ਵਿੱਚ ਹੀ ਜੁੜੇ ਰਹਿੰਦੇ ਨੇ। ਹੁਮ ਗਹਿ ਹਿਰਦਾ ਬਹਿ ਸਭ ਨੇਮ। ਤੇ ਉਹਨਾਂ ਦੇ ਹਿਰਦੇ ਦਾ ਇਹ ਨੇਮ ਬਣ ਚੁੱਕਾ ਹੈ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਕਿਰਪਾ ਦੇ ਭੰਡਾਰ ਭਾਵ ਘਰ ਦੇ ਅੰਦਰ ਹੀ ਬੈਠੇ ਰਹਿੰਦੇ ਨੇ। ਜਹ ਬੈਠੇ ਤਹ ਬੈਠੇ ਰਹੈ। ਤੇ ਜਿਸ ਵੀ ਜਗ੍ਹਾ ਤੇ ਬੈਠੇ ਨੇ ਆਸਣ ਤੇ, ਫਿਰ ਉੱਥੇ ਬੈਠੇ ਹੀ ਰਹਿੰਦੇ ਨੇ। ਜਿਤ ਦੇਖਤ ਤਿਤ ਦਿਸ਼ ਕੋ ਲਹੈ। ਜਿੱਧਰ ਵੀ ਵੇਖਦੇ ਨੇ ਤਿਤ ਦਿਸ਼ ਕੋ ਲੈ। ਜਿਤ ਦੇਖਤ ਜਿੱਧਰ ਦੇਖਦੇ ਨੇ, ਤੇ ਸਾਧ ਸੰਗਤ ਉਸੇ ਦਿਸ਼ਾ ਨੂੰ ਵੇਖਦੇ ਰਹਿੰਦੇ ਨੇ। ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਠਾਂਡੇ ਰਹਿ ਕੇ ਪੌੜੈ ਕਬੈ। ਠਾਡੇ ਦਾ ਮਤਲਬ ਹੁੰਦਾ ਖੜੇ ਰਹਿਣਾ। ਕਦੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੁੰਦੇ ਨੇ, ਤੇ ਕਦੀ ਬਿਰਾਜੇ ਰਹਿੰਦੇ ਨੇ। ਕਿਤਕ ਕਾਲ ਥਿਰਤਾ ਗਹਿ ਤਬੈ। ਤੇ ਕੁਝ ਕੁ ਸਮਾਂ ਭਾਵ ਸਾਧ ਸੰਗਤ ਟਿਕੇ ਰਹਿੰਦੇ ਨੇ ਇੱਕੇ ਥਾਂ ਤੇ। ਪ੍ਰਿਥਿਆ ਮਹਾਦੇਵ ਸ਼੍ਰੀ ਅਰਜਨ। ਇੱਧਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਾਹਿਬਜ਼ਾਦੇ ਸਾਧ ਸੰਗਤ ਬਾਬਾ ਪ੍ਰਿਥਿਆ ਜੀ, ਬਾਬਾ ਮਹਾਦੇਵ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਬੰਦਹਿ ਚਰਨ ਬੁਲਾਵਹਿ ਤਿਸ ਛਿਨ। ਤੇ ਧੰਨ ਗੁਰੂ ਰਾਮਦਾਸ ਜੀ ਉਹਨਾਂ ਨੂੰ ਬੁਲਾਉਂਦੇ ਨੇ ਉਸ ਵਕਤ, ਤੇ ਆਣ ਕੇ ਤਿੰਨੇ ਸਾਹਿਬਜ਼ਾਦੇ ਫਿਰ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ ਤੇ ਬੰਦਨਾ ਕਰਦੇ, ਨਮਸਕਾਰ ਕਰਦੇ ਨੇ। ਦੇ ਧੀਰਜ ਤਿਨ ਬੋਲਹਿ ਥੋਰਾ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਧੀਰਜ ਦੇ ਕੇ, ਤੇ ਬਹੁਤ ਜ਼ਿਆਦਾ ਨਹੀਂ ਬਿਲਕੁਲ ਥੋੜਾ ਬੋਲਦੇ ਨੇ। ਬੈਠੇ ਰਹਿ ਪਰੇ ਇਕ ਠੌਰਾ। ਇਹ ਇੱਕ ਥਾਂ ਤੇ ਸਾਧ ਸੰਗਤ ਮਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਸਜੇ ਰਹਿੰਦੇ ਨੇ। ਮਤਗਤ ਭਈ ਅਪਰ ਵਿਦ ਸਾਰੀ। ਮਤਗਤ ਬੁੱਧੀ ਦੀ ਸਾਰੀ ਗਤੀ ਹੋਰ ਵਿਧੀ ਦੀ ਹੋ ਗਈ ਹੈ ਜੀ। ਰਹਿ ਇਕਾਕੀ ਬਿਨਾ ਚਨਾਰੀ। ਤੇ ਇਕਾਂਤ ਹੀ ਰਹਿੰਦੇ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਕਭੀ ਪ੍ਰੇਮ ਕੋ ਬਹਿ ਪ੍ਰਵਾਹੂ। ਤੇ ਕਦੀ ਗੁਰੂ ਅਮਰਦਾਸ ਜੀ ਦੇ ਪ੍ਰੇਮ ਦੇ ਪ੍ਰਵਾਹ ਵਿੱਚ ਚੱਲ ਪੈਂਦੇ ਨੇ। ਬਾਣੀ ਰਚੇ ਗੁਰੂ ਛਿਨ ਤਾਹੂ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਦੋਂ ਪਿਆਰ ਦਾ ਅੰਦਰ ਪ੍ਰਵਾਹ ਚੱਲਦਾ ਹੈ, ਉਸ ਪਿਆਰ ਦੇ ਪ੍ਰਵਾਹ ਵਿੱਚ ਆਨੰਦ ਮਾਣਦੇ ਨੇ। ਤੇ ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਪਵਿੱਤਰ ਮੁਖ ਤੋਂ ਅੰਮ੍ਰਿਤ ਬਾਣੀ ਉਚਾਰਨ ਕਰਦੇ ਨੇ। ਵਿੱਚ ਰਾਗਨ ਕੇ ਸ਼ਬਦ ਬਣਾਵਹਿ। ਤੇ ਰਾਗਾਂ ਦੇ ਵਿੱਚ ਸ਼ਬਦ ਬਣਾ ਕੇ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਨੇ। ਅੱਜ ਆਪਾਂ ਦਰਸ਼ਨ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਾਂਗੇ, ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਅੰਮ੍ਰਿਤਮਈ ਗੁਰਬਾਣੀ ਹੈ।
ਉਹਨਾਂ ਨੇ 30 ਰਾਗ ਗਾਏ, ਭਾਵ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ 11 ਰਾਗ ਹੋਰ ਸ਼ਾਮਲ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਗਾਇਨ ਕੀਤੀ। ਤੇ 31ਵਾਂ ਰਾਗ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ 30 ਰਾਗਾਂ ਵਿੱਚ ਬਾਣੀ ਗਾਇਨ ਕੀਤੀ ਹੈ। ਤੇ ਮਹਾਂਕਵੀ ਜੀ ਇੱਥੇ ਬਚਨ ਕਰਦੇ ਨੇ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਰਾਗਾਂ ਵਿੱਚ ਫਿਰ ਸ਼ਬਦ ਬਣਾਉਂਦੇ ਨੇ। ਮਧੁਰ ਮਧੁਰ ਮੁਖ ਤੇ ਧੁਨ ਗਾਵਹਿ। ਮਧੁਰ ਕਹੀਏ ਸਾਧ ਸੰਗਤ, ਮਿੱਠੀ ਮਿੱਠੀ ਜੋ ਪਿਆਰ ਭਰੀ ਧੁਨ ਹੈ ਨਾ, ਉਹਨੂੰ ਆਪਣੇ ਮੁਖ ਤੋਂ ਸ਼ਬਦਾਂ ਨੂੰ ਗਾਇਨ ਕਰਦੇ, ਰਾਗਾਂ ਵਿੱਚ ਸ਼ਬਦ ਪਾ ਕਰਕੇ। ਵਹਿਰ ਭਇਓ ਸਿੱਖਨ ਮਹਿਰਾਵਰਾ। ਤੇ ਇੱਧਰ ਸਿੱਖਾਂ ਵਿੱਚ ਨਾ ਜੀ ਫਿਰ ਕੋਈ ਬਚਨ ਬਲਾਸ ਚੱਲ ਪਏ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹੁਣ ਬਾਹਰ ਆਣ ਕੇ ਦਰਸ਼ਨ ਨਹੀਂ ਦਿੰਦੇ, ਤੇ ਅੰਦਰ ਸਿੱਖ ਕੋਈ ਜਾਂਦਾ ਵੀ ਨਹੀਂ, ਵੀ ਆਗਿਆ ਤੋਂ ਬਗੈਰ ਜਾ ਵੀ ਨਹੀਂ ਸਕਦੇ। ਇਸ ਤਰ੍ਹਾਂ ਦੀ ਵਿਚਾਰ ਹੋਈ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹੁਣ ਬਾਹਰ ਆਣ ਕੇ ਦਰਸ਼ਨ ਨਹੀਂ ਦਿੰਦੇ। ਗੁਰੂ ਨ ਆਏ ਵਹਿਰ ਕੀ ਠੌਰਾ। ਤੇ ਬਾਹਰ ਦੀ ਥਾਂ ਤੇ ਕਦੀ ਆਏ ਨਹੀਂ ਸਤਿਗੁਰੂ ਪਾਤਸ਼ਾਹ। ਇਸ ਤਰ੍ਹਾਂ ਦੀ ਗੁਰਸਿੱਖਾਂ ਵਿੱਚ ਵਿਚਾਰ ਚੱਲ ਪਈ। ਸਚਨ ਸੱਚ ਮਾਨਕ ਚੰਦ ਜੋਏ। ਭਾਈ ਸੱਚਨ ਸੱਚ ਜੀ ਤੇ ਭਾਈ ਮਾਨਕ ਚੰਦ ਜੀ। ਡੱਲੇ ਵਾਸੀ ਸਿੱਖ ਸਭ ਕੋਏ। ਤੇ ਡੱਲੇ ਵਾਸੀ ਜੋ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨੇੜੇ ਨਗਰ ਹੈ ਡੱਲਾ, ਉੱਥੋਂ ਦੇ ਜਿਹੜੇ ਸਿੱਖ ਗੁਰਮੁਖ ਸਨ, ਸਾਰੇ ਗੁਰਸਿੱਖ ਭਾਈ ਡੱਲੇ ਨਗਰ ਦੇ ਵਾਸੀ। ਸਾਵਣ ਮਲ ਅਰ ਮਾਈ ਦਾਸ। ਇੱਧਰ ਭਾਈ ਸਾਵਣ ਮਲ ਜੀ ਤੇ ਮਾਈ ਦਾਸ ਭਾਈ ਜੀ। ਗੰਗੋ ਬਸੀ ਖੱਤਰੀ ਦਾਸ। ਤੇ ਭਾਈ ਗੰਗੋ ਬੰਸੀ ਜੋ ਖੱਤਰੀ ਸਨ, ਉਹ ਵੀ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਾਸ ਸੇਵਕ। ਮਥੋ ਮੁਰਾਰੀ ਇਹ ਚੱਲ ਆਏ। ਇੱਧਰ ਸਾਧ ਸੰਗਤ ਮੱਥੋ ਮੁਰਾਰੀ ਜੋ ਪਵਿੱਤਰ ਨਾਮ ਵੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤਾ ਸੀ, ਇਹ ਭਾਈ ਸ਼ੀਏ ਦੀ ਬੇਟੀ ਤੇ ਉਹਨਾਂ ਦੇ ਮਹਿਮਾਨ ਸਨ। ਇਹ ਵੀ ਸਾਧ ਸੰਗਤ ਦੋਨੇ ਜੀ ਚੱਲ ਕਰਕੇ ਆਏ ਨੇ। ਫਿਰਿਆ ਕਟਾਰਾ ਸਿੱਖ ਸਮੁਦਾਏ। ਤੇ ਭਾਈ ਫਿਰਿਆ ਤੇ ਕਟਾਰਾ ਤੇ ਹੋਰ ਸਿੱਖਾਂ ਦਾ ਸਮੁਦਾਇ ਜਿਹੜਾ ਸੀ, ਉਹ ਵੱਡੀ ਗਿਣਤੀ ਵਿੱਚ ਸਿੱਖ ਪਹੁੰਚੇ ਨੇ। ਖੇਡਾ ਸੋਇਰੀ ਤਿਜ ਬਰਤਾਹਾ। ਤੇ ਭਾਈ ਖੇਡਾ ਜੀ ਤੇ ਭਾਈ ਸੋਇਰੀ ਜੀ ਜੋ ਦਿਜਬਰ ਪੰਡਤ ਸਨ। ਬੇਨੀ ਪੰਡਤ ਪ੍ਰੇਮੀ ਮਹਾ। ਜੋ ਬੇਨੀ ਪੰਡਤ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਵੱਡਾ ਪ੍ਰੇਮੀ ਸਿੱਖ ਸੀ। ਆਦ ਹਿੰਦਾਲ ਵਹਿਰ ਕੇ ਸਾਰੇ। ਤੇ ਭਾਈ ਹਿੰਦਾਲ ਜੀ ਜੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਜਿਨ੍ਹਾਂ ਸਿੱਖੀ ਪ੍ਰਾਪਤ ਕੀਤੀ, ਉਹ ਵੀ ਸਾਧ ਸੰਗਤ ਸਾਰਿਆਂ ਦੇ ਨਾਲ ਵੈਰ ਦੁਆਰੇ ਬਾਹਰ ਆਏ ਨੇ। ਬਾਸੇ ਗੋਇੰਦਵਾਲ ਮਝਾਰੇ। ਤੇ ਗੋਇੰਦਵਾਲ ਸਾਹਿਬ ਦੇ ਜਿਹੜੇ ਵਿੱਚ ਵਸਣ ਵਾਲੇ ਨਿਵਾਸ ਕਰਨ ਵਾਲੇ ਸਨ। ਮੋਹਨ ਅਪਰ ਮੋਹਰੀ ਦੋ। ਇੱਧਰ ਗੁਰੂ ਅਮਰਦਾਸ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ। ਸਹਿਤ ਪੁੱਤਰ ਕੇ ਥਿਤ ਹੈ ਸੋ। ਜੋ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਸਨ। ਸਾਹਿਬ ਬੁੱਢਾ ਆਦ ਜੇ ਔਰ। ਇੱਧਰ ਨਾਲ ਹੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਜਿਹੜੇ ਗੁਰਮੁਖ ਦਾਸ ਸੇਵਕ ਸਿੱਖ ਸਨ। ਬੈਠੇ ਸਕਲ ਬਾਬਲੀ ਠੌਰ। ਤੇ ਬਾਉਲੀ ਸਾਹਿਬ ਦੇ ਕੰਢੇ ਗੋਇੰਦਵਾਲ ਸਾਹਿਬ ਵਿੱਚ ਬੈਠੇ ਨੇ। ਬੜੀਆਂ ਪਵਿੱਤਰ ਰੂਹਾਂ ਬੈਠੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਜਿਹੜੇ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਪਾਤਰ ਬਣੇ ਤੇ ਸਿੱਖ ਸੰਗਤਾਂ ਬੈਠੀਆਂ, ਇਹ ਸਾਰੇ ਹੀ ਬੌਲੀ ਸਾਹਿਬ ਵਾਲੀ ਪਵਿੱਤਰ ਥਾਂ ਤੇ ਸਜੇ ਨੇ। ਚਿੰਤਮਾਨ ਚਿਤ ਮਹਿ ਅਤ ਸਾਰੇ। ਇਹ ਮਨ ਵਿੱਚ ਬਹੁਤਾਤ ਚਿੰਤਾ ਵਿੱਚ ਨੇ। ਇਸ ਗੱਲ ਦੀ ਮਨ ਵਿੱਚ ਚਿੱਤ ਵਿੱਚ ਚਿੰਤਾ ਕਰਦੇ ਨੇ। ਸਾਰਿਆਂ ਨੇ ਚਿੰਤਾ ਪ੍ਰਗਟ ਕੀਤੀ। ਕਿਹੜੀ ਚਿੰਤਾ? ਜੋ ਕਵੀ ਜੀ ਅੱਗੇ ਦੱਸਦੇ ਨੇ।
ਗੁਰੂ ਨ ਆਵੈ ਬਾਹਰ ਦੁਆਰੇ। ਸਾਰੇ ਚਿੰਤਾ ਇਹ ਕਰਦੇ ਨੇ ਕਿ ਗੁਰੂ ਸਾਹਿਬ ਆਣ ਕੇ ਬਾਹਰ ਸੱਜਦੇ ਨਹੀਂ, ਦਰਸ਼ਨ ਨਹੀਂ ਬਖਸ਼ਦੇ ਸੰਗਤਾਂ ਨੂੰ। ਇਸ ਗੱਲ ਦੀ ਸਾਰੇ ਗੁਰਸਿੱਖਾਂ ਵਿੱਚ ਬੜੀ ਚਿੰਤਾ ਸੀ। ਇਹ ਕਿਆ ਤਿਨੋ ਹਿਰਦੈ ਮਹਿ ਠਾਨੀ। ਗੁਰਸਿੱਖ ਕਹਿਣ ਲੱਗੇ, ਇਹ ਕੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਹਿਰਦੇ ਵਿੱਚ ਕੀਤਾ ਹੈ। ਬੈਠੇ ਬੀਚ ਨ ਦਰਸ਼ਨ ਦਾਨੀ। ਇਹ ਨਾ ਹੀ ਇਹ ਦਰਸ਼ਨ ਦਿੰਦੇ ਨੇ, ਦਰਸ਼ਨਾਂ ਦਾ ਦਾਨ ਬਖਸ਼ਦੇ ਨੇ, ਤੇ ਨਾ ਸੰਗਤ ਵਿੱਚ ਆਉਣ ਤੇ ਨਾ ਦਰਸ਼ਨ ਦਿੰਦੇ ਨੇ। ਇਹ ਕੀ ਗੁਰੂ ਰਾਮਦਾਸ ਜੀ ਨੇ ਆਪਣੇ ਚਿੱਤ ਵਿੱਚ ਇਸ ਤਰ੍ਹਾਂ ਦੀ ਵਿਚਾਰ ਪ੍ਰਗਟ ਕੀਤੀ ਹੈ। ਪ੍ਰੇਰਨ ਕਰਿਓ ਬ੍ਰਿਧ ਕੋ ਸਭ ਹੂੰ। ਸਾਰਿਆਂ ਨੇ ਨਾ ਜੀ ਫਿਰ ਮਤਾ ਪਕਾਇਆ। ਸਾਰੇ ਸਿੱਖ ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ, ਕਰਿਓ ਬ੍ਰਿਧ ਕੋ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਸਾਰੇ ਗੁਰਸਿੱਖ ਰਲ ਕਰਕੇ ਆਨੋ ਵੈਰ ਜਾਹੋ ਤੁਮ ਅਬ ਹੂੰ। ਬਾਬਾ ਬੁੱਢਾ ਸਾਹਿਬ ਜੀਓ, ਜੇ ਤੁਸੀਂ ਅੰਦਰ ਜਾ ਕੇ ਬੇਨਤੀ ਕਰੋ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਘਰ ਤੋਂ ਬਾਹਰ ਆ ਜਾਣਗੇ। ਤੁਹਾਡਾ ਬਚਨ ਗੁਰੂ ਰਾਮਦਾਸ ਜੀ ਨਹੀਂ ਮੋੜਨਗੇ। ਤੇ ਬਾਬਾ ਬੁੱਢਾ ਜੀ, ਅਸੀਂ ਤੁਹਾਨੂੰ ਸਾਰੇ ਗੁਰਸਿੱਖ ਕਹਿੰਦੇ ਆ, ਅੰਦਰ ਜਾਓ ਤੇ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬੇਨਤੀ ਕਰੋ। ਬ੍ਰਿਧ ਨੇ ਭੰਨਿਓ ਬਾਕ ਸੁਨ ਲੀਜੈ। ਬਾਬਾ ਬੁੱਢਾ ਜੀ ਨੇ ਸਾਰਿਆਂ ਦਾ ਕਹਿਆ ਹੋਇਆ ਬਚਨ ਸੁਣ ਲੈਣਾ ਕੀਤਾ। ਅਨਬਨ ਮੇਰੋ ਗਮਨ ਜਨੀਜੈ। ਗਮਨ ਹੁੰਦਾ ਜਾਣਾ। ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਗੁਰਸਿੱਖੋ ਪਿਆਰਿਓ, ਤੁਹਾਡੇ ਬਚਨ ਨੂੰ ਨਾ ਤੇ ਕੋਈ ਨਹੀਂ, ਪਰ ਬਾਬਾ ਮੋਹਨ ਜੀ ਦਾ ਸੁਭਾਅ ਵੱਖਰਾ ਹੈ। ਮੇਰੇ ਜਾਣ ਨਾਲ ਕੋਈ ਅਣਬਣ ਹੋ ਜਾਏਗੀ, ਗੜਬੜ ਹੋ ਜਾਏਗੀ, ਤੁਸੀਂ ਮੈਨੂੰ ਨਾ ਭੇਜੋ। ਬਾਬਾ ਮੋਹਨ ਜੀ ਕਿਤੇ ਗੁੱਸੇ ਵਿੱਚ ਨਾ ਆ ਕੇ ਕੋਈ ਬਚਨ ਕਰਨ ਲੱਗ ਪੈਣ। ਮੋਹਨ ਕੋ ਸੁਭਾਉ ਮਸਤਾਨੇ। ਕਹਿਣ ਲੱਗੇ ਬਾਬਾ ਮੋਹਨ ਜੀ ਦਾ ਸੁਭਾਅ ਆਪਣੀ ਮਰਜ਼ੀ ਵਾਲਾ ਹੈ। ਹਾਨ ਲਾਭ ਬਹੁ ਕਹਿ ਬੇਜਾਨੇ। ਤੇ ਭਾਵ ਵਾਦ ਘਾਟ ਗੱਲ ਘਟ ਕੇ ਗੱਲ ਵਾਦ ਘਟ ਗੱਲ ਕਰ ਦਿੰਦੇ ਨੇ। ਤੇ ਕਿਤੇ ਮੇਰੇ ਗਿਆ ਭਾਈ ਕੋਈ ਲਾਭ ਦੀ ਗੱਲ, ਹਾਨ ਦੀ ਗੱਲ ਨਾ ਬਣ ਜਾਏ। ਇਸ ਕਰਕੇ ਬਾਬਾ ਮੋਹਨ ਜੀ ਦਾ ਸੁਭਾਅ ਮਸਤਾਨਾ ਹੈ। ਜਾਂ ਤੇ ਸਤਿਗੁਰ ਸੁਤ ਲਗ ਜਾਵੇ। ਕਹਿਣ ਲੱਗੇ ਬਾਬਾ ਬੁੱਢਾ ਜੀ ਨੇ ਆਪਣੀ ਰਾਏ ਦਿੱਤੀ ਵੀ ਜਿਹੜੇ ਗੁਰੂ ਜੀ ਦੇ ਛੋਟੇ ਸਪੁੱਤਰ ਆ ਨਾ ਬਾਬਾ ਮੋਹਰੀ ਜੀ, ਸੁਮਤ ਮੋਹਰੀ ਕਹਿ ਤਿਨ ਲਿਆਵੇ। ਜੇ ਸ੍ਰੇਸ਼ਟ ਮਤ ਨਾਲ ਬਾਬਾ ਮੋਹਰੀ ਜੀ ਜਾਣ ਤੇ ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਾਹਰ ਲਿਆ ਸਕਦੇ ਨੇ। ਮੈਂ ਪੀ ਸੰਗ ਕਰੋ ਇਨ ਕੀਰਾ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ ਤੁਹਾਡਾ ਬਚਨ ਮੋੜਦੇ ਨਹੀਂ। ਜੇ ਬਾਬਾ ਮੋਹਰੀ ਜੀ ਤਿਆਰ ਹੋਣ ਤੇ ਮੈਂ ਵੀ ਬਾਬਾ ਮੋਹਰੀ ਜੀ ਨਾਲ ਤਿਆਰ ਹੋਵਾਂਗਾ। ਮਾਨੋ ਸੰਗਤ ਬਾਕ ਭੁਲੇਰਾ। ਤੇ ਮਾਨੋ ਸੰਗਤ ਬਾਕ ਭਲੇਰਾ, ਜਿਹੜਾ ਭਲਾ ਬਚਨ ਹੈ ਨਾ ਸੰਗਤ ਦਾ, ਇਹ ਅਸੀਂ ਮੋੜਦੇ ਨਹੀਂ, ਮੰਨਾਂਗੇ। ਪਰ ਬਾਬਾ ਮੋਹਰੀ ਜੀ ਅੱਗੇ ਲੱਗ ਕੇ ਤੁਰਨ ਤੇ ਮੈਂ ਵੀ ਉਹਨਾਂ ਦੇ ਨਾਲ ਚੱਲਾਂਗਾ। ਇਹ ਬਚਨ ਬਾਬਾ ਬੁੱਢਾ ਜੀ ਨੇ ਜੁੜੇ ਹੋਏ ਗੁਰਮੁਖਾਂ ਵਿੱਚ ਕਹੇ। ਸਬਨ ਮੋਹਰੀ ਸੋ ਜਬ ਕਹਿਓ। ਤੇ ਸਾਰਿਆਂ ਨੇ ਜਦੋਂ ਜਾ ਕੇ ਫਿਰ ਬਾਬਾ ਮੋਹਰੀ ਜੀ ਨੂੰ ਇਹ ਬਾਬਾ ਬੁੱਢਾ ਸਾਹਿਬ ਜੀ ਵਾਲੀ ਸਲਾਹ ਦਿੱਤੀ। ਆਵੇ ਮੋਹ ਗਏ ਤੇ ਲਹਿਓ। ਕਹਿਣ ਲੱਗੇ ਬਾਬਾ ਜੀ, ਜੇ ਤੁਸੀਂ ਜਾਓ ਨਾ ਤੇ ਫਿਰ ਇਹ ਪ੍ਰਾਪਤੀ ਹੋ ਸਕਦੀ ਹੈ। ਤੇ ਬਾਬਾ ਮੋਹਰੀ ਜੀ ਕਹਿਣ ਲੱਗੇ, ਜੀ ਜੇ ਮੇਰੇ ਗਿਆ ਤੇ ਆਵਣਗੇ ਇਹ ਫਿਰ ਮੈਂ ਜ਼ਰੂਰ ਜਾਵਾਂਗਾ। ਮੈਂ ਵੀ ਤੁਹਾਡਾ ਬਚਨ ਨਹੀਂ ਗੁਰਮੁਖੋ ਮੋੜਦਾ ਜੀ। ਕੁਛ ਕ ਸਿੱਖ ਅਰ ਬ੍ਰਿਧ ਕੋ ਲੈ ਕੇ। ਤੇ ਕੁਝ ਸਿੱਖ ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਬਾਬਾ ਮੋਹਰੀ ਜੀ ਗੁਰ ਸਮੀਪ ਪਹੁੰਚੇ ਹਿਤ ਕਹਿ ਕੇ। ਤੇ ਸਮੀਪ ਹੁੰਦਾ ਨੇੜੇ, ਗੁਰੂ ਦੇ ਨੇੜੇ ਪਹੁੰਚ ਕੇ ਪਿਆਰ ਲੈ ਲੈ ਕੇ
ਪਿਆਰ ਭਰੇ ਬਚਨ ਕਰ ਕਰਕੇ ਗੁਰੂ ਦੇ ਨੇੜੇ ਪਹੁੰਚ ਗਏ। ਅੰਤਰ ਬੈਠੇ ਜਾਏ ਨਿਹਾਰੇ। ਸਾਰਿਆਂ ਨੇ ਅੰਦਰ ਬੈਠੇ ਹੋਏ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਦੋਂ ਨਿਹਾਰੇ ਦੇਖਿਆ, ਇਹ ਗੋਇੰਦਵਾਲ ਸਾਹਿਬ ਦੀ ਘਟਨਾ ਹੈ। ਜਦੋਂ ਅੰਦਰ ਬੈਠੇ ਸਾਰਿਆਂ ਨੇ ਤੱਕਿਆ ਸ਼੍ਰੀ ਗੁਰੂ ਰਾਮਦਾਸ ਜੀ ਨੂੰ, ਅਪਰ ਸੁਭਾਉ ਜਿਨੋ ਉਰ ਧਾਰੇ। ਇਹ ਸਾਰੇ ਸੋਚਦੇ ਨੇ ਵੀ ਹੋਰ ਹੀ ਕਿਸਮ ਦਾ ਉਹਨਾਂ ਨੇ ਆਪਣਾ ਸੁਭਾਅ ਜਿਹੜਾ ਉਹ ਬਣਾਇਆ ਹੈ। ਇਸ ਤਰ੍ਹਾਂ ਸਾਰਿਆਂ ਨੇ ਅੰਦਰ ਬੈਠਿਆਂ ਵੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ। ਵਿਖੇ ਸਕਲ ਉਠ ਕਰ ਸਨਮਾਨੇ। ਇੱਧਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੇਖਿਆ ਨਾ ਜਦੋਂ ਵੀ ਬਹੁਤਾਤ ਸਿੱਖ ਆਏ ਨੇ, ਤੇ ਉੱਠ ਕਰਕੇ ਭਾਈ ਫਿਰ ਸਤਿਗੁਰਾਂ ਨੇ ਪਿਆਰ ਦਿੱਤਾ ਜੀ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਘਰ ਆਇਆ ਗੁਰਸਿੱਖਾਂ ਨੂੰ ਜਾਣ ਕੇ ਬਹੁਤ ਸਨਮਾਨ ਦਿੱਤਾ। ਮਿਲੇ ਪਰਸ ਪਰ ਬੰਧਨ ਠਾਨੇ। ਇਹ ਸਾਰੇ ਹੀ ਪਰਸਪਰ ਸੁਭਾਅ ਨਾਲ ਮਿਲੇ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਸਭ ਨੇ ਮੱਥਾ ਟੇਕਿਆ। ਬਾਕ ਮੋਹਰੀ ਤਦੇ ਉਚਾਰੇ। ਜਦੋਂ ਬੰਦਨਾ ਕੀਤੀ, ਨਮਸਕਾਰ ਕੀਤੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਫਿਰ ਬਾਬਾ ਮੋਹਰੀ ਜੀ ਨੇ ਉਸ ਵਕਤ ਇੱਕ ਬਾਕ ਉਚਾਰਨ ਕੀਤਾ, ਇੱਕ ਬਚਨ ਕਿਹਾ ਜੀ। ਤੁਮ ਕਿਮ ਬੈਠੇ ਸਦਨ ਮਝਾਰੇ। ਸਦਨ ਹੁੰਦਾ ਘਰ ਤੇ ਮਝਾਰੇ ਦਾ ਅਰਥ ਹੁੰਦਾ ਘਰ ਦੇ ਵਿੱਚ। ਤੁਸੀਂ ਗੁਰੂ ਰਾਮਦਾਸ ਪਾਤਸ਼ਾਹ, ਤੁਸੀਂ ਕਿਸ ਲਈ ਘਰ ਵਿੱਚ ਬੈਠੇ ਹੋ? ਤੁਹਾਡਾ ਤੇ ਮਾਲਕ ਜੀਓ ਪਰ ਉਪਕਾਰ ਦਾ ਕਾਰਜ ਹੈ ਵੀ ਸੰਗਤਾਂ ਵਿੱਚ ਬੈਠਣਾ, ਤੇ ਤੁਸੀਂ ਕਿਸ ਲਈ ਘਰ ਵਿੱਚ ਬੈਠੇ ਹੋ? ਸਤਿਗੁਰ ਪਿਤਨੈ ਨਿਜ ਅਸਥਾਨ। ਸਤਿਗੁਰੂ ਪਿਤਾ ਨੇ ਤੁਹਾਨੂੰ ਆਪਣੇ ਵਾਲੀ ਜਗ੍ਹਾ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਹੈ। ਤੁਮਹੁ ਬਿਠਾਏ ਕਰ ਸਨਮਾਨ। ਕਿ ਤੁਹਾਡਾ ਸਨਮਾਨ ਕਰਦਿਆਂ ਤੁਹਾਨੂੰ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਵਾਲੀ ਜੋ ਗੁਰਤਾ ਗੱਦੀ ਤੇ ਉਹ ਬਿਰਾਜਮਾਨ ਸਨ, ਸ੍ਰੀ ਗੁਰੂ ਅਮਰਦਾਸ ਸਾਡੇ ਪਿਤਾ ਜੀ, ਤੇ ਤੁਹਾਨੂੰ ਤੇ ਜਗ੍ਹਾ ਹੀ ਉਹ ਗੁਰਤਾ ਗੱਦੀ ਵਾਲੀ ਤੇ ਸਨਮਾਨ ਨਾਲ ਬਿਠਾਇਆ ਹੈ। ਜਿਮ ਸਿੱਖ ਸੰਗਤ ਤਿਨਹੁ ਉਧਾਰੇ। ਤੇ ਜਿਵੇਂ ਕਿਵੇਂ ਵੀ ਸਿੱਖ ਸੰਗਤ ਦਾ ਤੇ ਬੇੜਾ ਤੁਸੀਂ ਬੰਨੇ ਲਾਉਣਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਸੰਗਤ ਦਾ ਭਲਾ ਤੇ ਤੁਸੀਂ ਕਰਨਾ ਹੈ। ਤਿਮ ਤੁਮ ਕਰੋ ਬੈਠ ਇਹੋ ਕਾਰੇ। ਇਸ ਤਰ੍ਹਾਂ ਤੁਸੀਂ ਗੁਰਤਾ ਗੱਦੀ ਤੇ ਬਾਹਰ ਸੰਗਤ ਵਿੱਚ ਬੈਠ ਕੇ ਇਹ ਕਾਰਜ ਕਰੋ, ਭਾਵ ਸਾਰਿਆਂ ਦੇ ਬੇੜੇ ਨੂੰ ਇਸ ਭਵ ਸਾਗਰ ਤੋਂ ਬੰਨੇ ਲਾਓ। ਸਭ ਹਿਨ ਮੈਂ ਬੈਠੋ ਹਰ ਖਾਵੋ। ਤੇ ਸਾਰਿਆਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਬਿਰਾਜਮਾਨ ਹੋ, ਤੇ ਸਾਰੇ ਤੁਹਾਡੇ ਦਰਸ਼ਨ ਕਰਕੇ ਪ੍ਰਸੰਨ ਚਿੱਤ, ਤੇ ਤੁਸੀਂ ਵੀ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਆਤਮਕ ਆਨੰਦ ਦੀ ਦਾਤ ਨੂੰ ਹੋਰ ਅੱਗੇ ਵੰਡਣਾ ਕਰੋ। ਉਪਦੇਸ਼ੋ ਸਤਨਾਮ ਜਪਾਵੋ। ਤੇ ਜੁੜੀਆਂ ਹੋਈਆਂ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਇਹਨਾਂ ਪਾਸੋਂ ਜਪਾਉਣਾ ਕਰੋ। ਜਿਮ ਗੁਰ ਕਹਿਓ ਬਾਕ ਤਿਮ ਮਾਨੋ। ਜਿਵੇਂ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ, ਤੇ ਉਸੇ ਤਰ੍ਹਾਂ ਹੀ ਉਹ ਬਾਕ ਨੂੰ ਆਪ ਜੀ ਪ੍ਰਵਾਨ ਕਰਕੇ ਤੇ ਸੰਗਤ ਵਿੱਚ ਚੱਲੋ ਜੀ। ਸਤ ਸੰਗਤ ਮਤ ਇਮ ਪਹਿਚਾਨੋ। ਤੇ ਇਸ ਤਰ੍ਹਾਂ ਸਤ ਸੰਗਤ ਵਿੱਚ ਤੁਸੀਂ ਇਹ ਗੱਲ ਨੂੰ ਪਹਿਚਾਨੋ, ਸਤ ਸੰਗਤ ਵਿੱਚ ਇਹ ਬਚਨ ਰੱਖੋ, ਜਿਵੇਂ ਤੁਹਾਨੂੰ ਗੁਰੂ ਜੀ ਨੇ ਬਚਨ ਕਹੇ ਸਨ, ਉਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਲੀਲਾ ਨੂੰ ਸੰਗਤ ਵਿੱਚ ਇਹ ਪ੍ਰਚਾਰਨਾ ਕਰੋ। ਹਮ ਤੁਮ ਸਭ ਕਹੋ ਧਰਮ ਇਹੀ ਹੈ। ਹਮ ਤੁਮ ਸਾਡਾ ਤੇ ਤੁਹਾਡਾ ਸਾਰਿਆਂ ਦਾ ਇਹ ਵੱਡਾ ਪਰ ਉਪਕਾਰੀ ਫਰਜ਼ ਹੈ। ਗੁਰ ਆਗਿਆ ਸਿਰ ਧਰਨ ਸਹੀ ਹੈ। ਗੁਰੂ ਦੀ ਆਗਿਆ ਨੂੰ ਸਿਰ ਤੇ ਧਾਰਨ ਕਰਨਾ ਭਾਵ ਮੰਨਣਾ, ਗੁਰੂ ਦੇ ਬਚਨਾਂ ਨੂੰ ਪ੍ਰਵਾਨ ਕਰਨਾ, ਇਹ ਹੀ ਸਾਡਾ ਤੇ ਤੁਹਾਡਾ ਕਹਿਣ ਲੱਗੇ, ਸਿੱਖ ਕਹਿਣ ਲੱਗੇ, ਵੱਡਾ ਧਰਮ ਹੈ। ਸੁਨ ਗੁਰ ਰਾਮਦਾਸ ਇਨ ਬੈਨਾ। ਇਸ ਤਰ੍ਹਾਂ ਗੁਰੂ ਰਾਮਦਾਸ ਜੀ ਇਹਨਾਂ ਗੁਰਸਿੱਖਾਂ ਪਾਸੋਂ ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਜੀ,
ਤੇ ਹੋਰ ਭਲੇ ਗੁਰ ਸਿੱਖਾਂ ਦੇ ਬਚਨ ਸੁਣ ਕਰਕੇ ਪਰਮ ਪ੍ਰੇਮ ਤੇ ਜਲ ਭਰ ਨੈਣਾ। ਤੇ ਪਰਮ ਵੱਡਾ ਪ੍ਰੇਮ ਧਾਰਨ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਇਹਨੂੰ ਪਿਆਰ ਦੇ ਹੰਝੂ ਕਵਾਂਗੇ, ਕਿਉਂਕਿ ਗੁਰੂ ਅਮਰਦਾਸ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਕਰਦਿਆਂ ਤੁਮ ਗੁਰ ਸੁਤ ਅਰ ਗੁਰ ਸਿੱਖ ਸਾਰੇ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਬਾਬਾ ਮੋਹਰੀ ਜੀ ਤੁਸੀਂ ਗੁਰੂ ਦੇ ਪੁੱਤਰ ਹੋ ਤੇ ਜਿੰਨੇ ਤੁਹਾਡੇ ਨਾਲ ਨੇ ਸਾਰੇ ਗੁਰੂ ਦੇ ਸਿੱਖ ਨੇ। ਮੈਂ ਨਿਤ ਹੋ ਅਨੁਸਾਰ ਤੁਮਾਰੇ। ਤੇ ਭਾਈ ਮੈਂ ਗੁਰੂ ਪੁੱਤਰਾਂ ਤੇ ਗੁਰੂ ਦੇ ਸਿੱਖਾਂ ਦੇ ਅਨੁਸਾਰ ਹੀ ਹਾਂ। ਸਾਦਰ ਬਚਨ ਮਾਨਬੋ ਮੋਹੇ। ਮੈਂ ਬੜੇ ਆਦਰ ਨਾਲ ਤੁਹਾਡੇ ਬਚਨਾਂ ਨੂੰ ਪ੍ਰਵਾਨਗੀ ਦਿੰਦਾ ਹਾਂ, ਭਾਵ ਮੰਨਦਾ ਹਾਂ। ਤੁਹਾਡਾ ਬਚਨ ਮੇਰੇ ਲਈ ਆਦਰ ਨਾਲ ਮੰਨਣਾ ਹੀ ਜ਼ਰੂਰੀ ਹੈ। ਮੋਹ ਕਉ ਮਹਾ ਧਰਮ ਇਹੋ ਹੋਏ। ਇਹ ਮੇਰਾ ਵੱਡਾ ਧਰਮ ਹੋਵੇਗਾ, ਇਹ ਮੇਰੇ ਵੱਡੇ ਫਰਜ਼ਾਂ ਦੀ ਪੂਰਤੀ ਹੋਵੇਗੀ, ਤੁਹਾਡੇ ਬਚਨ ਨੂੰ ਪ੍ਰਵਾਨ ਕਰਨਾ। ਅਸ ਕਹਿ ਨਿਕਸੇ ਬਾਹਰ ਆਏ। ਸਤਿਗੁਰੂ ਇਸ ਤਰ੍ਹਾਂ ਬਚਨ ਕਹਿ ਕੇ ਤੇ ਭਾਈ ਕਮਰੇ ਤੋਂ ਬਾਹਰ ਆ ਗਏ, ਘਰ ਤੋਂ ਬਾਹਰ ਆ ਗਏ। ਬੈਠ ਸਭਾ ਮੈਂ ਸ਼ੋਭ ਵਡਾਏ। ਇਹ ਗੁਰਸਿੱਖਾਂ ਦੀ ਸੰਗਤ ਵਿੱਚ ਸਤਿਗੁਰੂ ਸੱਜ ਕੇ ਤੇ ਬਹੁਤ ਵੱਡੀ ਸ਼ੋਭਾ ਪਾਉਂਦੇ ਨੇ। ਜਿਮ ਉਡਗਨ ਮੰਡਲ ਮਹਿ ਆਏ। ਜਿਵੇਂ ਉੱਡਗਨ ਹੁੰਦੇ ਤਾਰਿਆਂ ਦੇ ਮੰਡਲ ਵਿੱਚ, ਪੂਰਨ ਚੰਦ ਮਨਿੰਦ ਸੁਹਾਏ। ਜਿਵੇਂ ਪੂਰਨਮਾਚੀ ਦਾ ਚੰਦਰਮਾ ਸ਼ੋਭਾ ਪਾਉਂਦਾ, ਇਸ ਤਰ੍ਹਾਂ ਗੁਰਸਿੱਖਾਂ ਦੇ ਸਮੂਹ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਣ ਕੇ ਸੱਜ ਗਏ। ਕਿਦੋਂ ਬਿਮਨ ਸੈਨਾ ਕੇ ਮਾਹੇ। ਸਾਧ ਸੰਗਤ ਜਿਹੜੀ ਹੋਰ ਸੈਨਾ ਸੀ ਨਾ, ਉਦਾਸ ਸੈਨਾ ਸੀ, ਗੁਰੂ ਰਾਮਦਾਸ ਜੀ ਦੇ ਬਾਹਰ ਨਾ ਆਉਣ ਕਰਕੇ ਮਹਿ ਪਾਲਕ ਆਇਓ ਚਿਤ ਚਾਹੇ। ਜਿਸ ਤਰ੍ਹਾਂ ਰਾਜੇ ਦੇ ਆਉਣ ਨਾਲ ਖੁਸ਼ੀਆਂ ਵਰਤ ਜਾਂਦੀਆਂ ਨੇ, ਉਦਾਸ ਸੈਨਾ ਦੇ ਵਿੱਚ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਆਣ ਕੇ ਸਜੇ ਤੇ ਸਾਰਿਆਂ ਦੇ ਚਿੱਤ ਖਿੜ ਗਏ। ਸਭਨ ਖਰੇ ਹੋਏ ਬੰਧਨ ਕੀਨ। ਤੇ ਜੁੜੇ ਹੋਏ ਗੁਰਸਿੱਖਾਂ ਨੇ ਸਾਰਿਆਂ ਨੇ ਖੜੇ ਹੋ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਬੰਦਨਾ ਕੀਤੀ। ਅਰਪ ਉਪਾਇਨ ਸਗਰੀ ਦੀਨ। ਜਿਹੜੀਆਂ ਸਾਰੀਆਂ ਭਿਟਾਵਾਂ ਸਨ ਉਹ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਧਰ ਦਿੱਤੀਆਂ, ਉਹਨਾਂ ਨੂੰ ਨਮਸਕਾਰ ਕੀਤੀ। ਗੁਰਮੁਖੋ ਗੁਰੂ ਰਾਮਦਾਸ ਜੀ ਦੇ ਬਚਨ ਹੈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਗੁਰੂ ਦੇ ਚਰਨਾਂ ਤੇ ਨਮਸਕਾਰ ਕਰਨੀ ਇਹ ਵੱਡਾ ਭਲੇ ਦਾ ਕੰਮ ਹੈ। ਗੁਰੂ ਦੇ ਚਰਨਾਂ ਤੇ ਝੁਕਣਾ ਮਨ ਸਿੱਧਾ ਹੁੰਦਾ ਹੈ। ਇਸ ਤਰ੍ਹਾਂ ਸਾਰੇ ਗੁਰਸਿੱਖ ਜਿਹੜੇ ਬਾਹਰ ਸਨ, ਉਡੀਕ ਵਿੱਚ ਸਨ, ਉਹਨਾਂ ਨੇ ਖੜੇ ਹੋ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਭੇਟਾ ਰੱਖ ਕੇ। ਘਰ ਦਰਸ਼ਨ ਔਰ ਹਰਖੇ ਸਭ। ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ, ਹਰਖੇ ਦਾ ਮਤਲਬ ਹੁੰਦਾ ਪ੍ਰਸੰਨ, ਸਾਰੇ ਹੀ ਪ੍ਰਸੰਨ ਚਿੱਤ ਹੋ ਗਏ, ਕਿਉਂਕਿ ਅੰਮ੍ਰਿਤ ਬਾਣੀ ਦਾ ਵੀ ਬਚਨ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਏ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਤੇ ਸਾਰੇ ਗੁਰਮੁਖੋ ਪ੍ਰਸੰਨ ਚਿੱਤ ਹੋ ਗਏ। ਮਿਲਿਓ ਪ੍ਰਾਤ ਰਵ ਕਮਲਨ ਅਬੈ। ਕਵੀ ਜੀ ਨੇ ਕਿਹਾ ਕਿ ਜਿਵੇਂ ਸਵੇਰ ਦਾ ਸੂਰਜ ਪ੍ਰਗਟ ਹੁੰਦਾ ਸਵੇਰ ਵੇਲੇ ਤੇ ਕਮਲ ਖਿੜਦੇ ਨੇ, ਕਮਲ ਦਾ ਫੁੱਲ ਖਿੜਦਾ, ਇਸ ਤਰ੍ਹਾਂ ਗੁਰਸਿੱਖਾਂ ਦੇ ਚਿਹਰਿਆਂ ਤੇ ਰੌਣਕ ਆਈ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਬਾਹਰ ਆਣ ਕੇ ਗੁਰਸਿੱਖਾਂ ਵਿੱਚ ਸਜੇ। ਤੇ ਸਾਧ ਸੰਗਤ ਅੱਗੇ ਜੋ ਵਿਚਾਰ ਹੈ ਉਹ ਕੱਲ ਨੂੰ ਆਪਾਂ ਕਰਾਂਗੇ, ਸਿੱਧਾ ਨਾਲ ਚਰਚਾ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਿਚਾਰ ਉਹ ਕੱਲ ਨੂੰ ਸਰਵਣ ਕਰਾਂਗੇ। ਬਹੁਤ ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਪ੍ਰਬੰਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ,
ਆਓ ਅਖੀਰਲੀਆਂ ਲਾਈਨਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸੰਪੂਰਨਤਾ ਹੈ। ਕਰ ਦਰਸ਼ਨ ਔਰ ਹਰਖੇ ਸਭੈ, ਮਿਲਿਓ ਪ੍ਰਾਤ ਰਬ ਕਮਲਨ ਅਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।